ਸ਼ਲੋਕ ਮਹੱਲਾ ਪੰਜਵਾਂ। ਹਰ ਨਾਮ ਨ ਸਿਮਰੈ ਸਾਧ ਸੰਗ, ਤੈ ਤਨ ਉੱਡੈ ਖੇ। ਜਿਨ ਕੀਤੀ ਤਿਸੇ ਨ ਜਾਣਈ, ਨਾਨਕ ਫਿੱਟ ਅਲੂਣੀ ਦੇਹ। ਸ਼ਲੋਕ ਮਹੱਲਾ ਪੰਜਵਾਂ। ਹਰ ਨਾਮ ਨ ਸਿਮਰੈ ਸਾਧ ਸੰਗ, ਤੈ ਤਨ ਉੱਡੈ ਖੇ। ਸਾਧ ਸੰਗ, ਸਾਧ ਸੰਗ ਹੈਗਾ ਚਿੱਤ ਸਾਧ ਹੈ, ਮਨ ਅਸਾਧ ਹੈ। ਅਸਾਧ ਹੈ, ਇਸੇ ਕਰਕੇ ਦਸਮ ਪਾਤਸ਼ਾਹ ਨੇ ਕਿਹਾ ਸਾਧ ਅਸਾਧ ਜਾਣਿਓ ਨਹੀਂ। ਇਹ ਦੋਏ ਜਾਣਨੇ ਨੇ, ਸਾਧ ਔਰ ਅਸਾਧ ਦੋਏ ਰਲ ਕੇ ਇੱਕ ਨੇ। ਨਾਨਕ ਇਹ ਵਿਧਿ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਕਈ ਵਾਰ ਅਸੀਂ ਮਨ ਨੂੰ ਵੀ ਦੋ ਕਹਿੰਦੇ ਨੇ, ਦੋ ਮਨ ਨੇ ਮੇਰੇ, ਇੱਕ ਮਨ ਮੇਰਾ ਆ ਚਾਹੁੰਦਾ। ਕਿਤੇ ਦੁਚਿੱਤੀ ਵੀ ਕਹਿੰਦੇ ਨੇ, ਮੇਰੇ ਅੰਦਰ ਦੁਚਿੱਤੀ ਹੈ। ਚਿੱਤ ਨੂੰ ਦੋ ਮੰਨ ਲੈਂਦੇ, ਦੋਹਾਂ ਨੂੰ ਚਿੱਤ ਮੰਨ ਲੈਂਦੇ ਆ। ਪਰ ਆਮ ਤੌਰ ਤੇ ਇੱਕ ਨੂੰ ਮਨ, ਇੱਕ ਨੂੰ ਚਿੱਤ ਮੰਨਿਆ ਜਾਂਦਾ ਹੈ, ਤਾਂ ਕਿ ਪਤਾ ਲੱਗੇ ਮਨ ਜਿਹਨੂੰ ਮੰਨਿਆ ਜਾਂਦਾ ਉਹ ਮਾਇਆ ਦੇ ਵਿੱਚ ਫਸਿਆ ਹੋਇਆ, ਮਾਇਆ 'ਚ ਲਿਪਤ ਹੈ। ਉਹ ਮਨ ਮਾਇਆ ਵਿੱਚ ਫਸ ਰਿਹਾ। ਜਿਹੜਾ ਮਨ ਸਮਝਾਉਣ ਵਾਲਾ ਹੈ ਅੱਧਾ, ਦੂਆ ਉਹਨੂੰ ਚਿੱਤ ਕਿਹਾ ਹੋਇਆ। ਕਈ ਵਾਰ ਉਹਨੂੰ ਮਨ ਵੀ ਕਿਹਾ, ਮਨ ਹੀ ਤੇ ਮਨ ਮੰਨਿਆ। ਉਹਨੂੰ ਚਾਹੇ ਦੋ ਮਨ ਕਹਿ ਲਓ, ਚਾਹੇ ਮਨ ਔਰ ਚਿੱਤ ਕਹਿ ਲਓ, ਕੋਈ ਗੱਲ ਹੈ। ਪਰ ਹਾਂ, ਚਿੱਤ ਜਿਹੜਾ ਹੈਗਾ ਉਹ ਅਸਾਧ ਨਹੀਂ ਹੈ, ਸਾਧ ਹੈ। ਮਨ ਜਿਹੜਾ ਹੈਗਾ ਇਹ ਅਸਾਧ ਹੈ, ਕਿਉਂਕਿ ਮਨ ਬਾਗੀ ਹੈ ਸੱਚਖੰਡ ਤੋਂ। ਚਿੱਤ ਨਹੀਂ ਬਾਗੀ। ਚਿੱਤ ਉਹਨੂੰ ਕਹਿੰਦੇ ਨੇ ਜਿਹੜਾ ਹਾਰ ਮੰਨ ਜਾਵੇ। ਭਲਵਾਨ ਜਿਹੜਾ ਢਹਿ ਜਾਂਦਾ ਉਹ ਕਹਿੰਦੇ ਚਿੱਤ ਹੋ ਗਿਆ। ਇਹ ਨਹੀਂ, ਇਹ ਆਕੀ ਨਹੀਂ ਹੈ। ਚਿੱਤ ਆਕੀ ਨਹੀਂ ਹੈ, ਮਨ ਆਕੀ ਹੈ। ਇਸੇ ਕਰਕੇ ਮਨ ਜਦੋਂ ਬਹੁਤਾ ਆਕੀਪਣੇ ਦੀ ਗੱਲ ਕਰਦਾ ਹੈ, ਅੰਦਰੋਂ ਆਵਾਜ਼ ਆਉਂਦੀ ਹੈ ਵੀ ਇਹ ਨਾ ਕਰ। ਬਹੁਤੀ ਬੁਰਾਈ ਦੀ ਕਈ ਵਾਰ ਗੱਲ ਕਰਦਾ, ਇਹੋ ਜਿਹੀ ਬੁਰਾਈ ਜਿਹੜੀ ਅੰਦਰਲੇ ਨੂੰ ਚੰਗੀ ਲੱਗਦੀ, ਜਿਹੜੀ ਜਨਰਲ ਧਰਮ ਨੂੰ ਨਹੀਂ ਚੰਗੀ ਲੱਗਦੀ। ਇਸ ਕਰਕੇ ਉਹਨੂੰ ਧਰਮਰਾਜ ਵੀ ਕਿਹਾ, ਇਹਨੂੰ ਚਿੱਤ ਨੂੰ। ਅੱਧਾ ਧਰਮ ਤੇ ਖੜਾ ਜੀਵ ਹੈ, ਅੱਧਾ ਧਰਮ ਤੋਂ ਤਿਲਕਿਆ ਹੋਇਆ ਪੈਰ ਇਹਦਾ, ਫਿਸਲਿਆ ਹੋਇਆ। ਕਿੰਨਾ ਫਿਸਲਿਆ ਹੋਇਆ ਇਹ ਅਲੱਗ-ਅਲੱਗ ਗੱਲ ਹੈ। ਕੋਈ ਜ਼ਿਆਦਾ ਫਿਸਲਿਆ ਹੋਇਆ, ਕੋਈ ਥੋੜਾ ਫਿਸਲਿਆ ਹੋਇਆ, ਕੋਈ ਸੰਭਲਿਆ ਵੀ ਹੋਇਆ ਫਿਸਲ ਤੇ। ਫਿਸਲਦਾ ਸੰਭਲ ਜਾਂਦਾ, ਫਿਸਲਦਾ ਸੰਭਲ ਜਾਂਦਾ। ਇਹ ਅਲੱਗ-ਅਲੱਗ ਸਾਰਿਆਂ ਦੀ ਅਵਸਥਾ ਨੇ। ਇਸ ਕਰਕੇ ਉਹੀ ਫਰਕ ਹੈ ਸਾਡੇ ਆਪਸ ਵਿੱਚ। ਕੋਈ ਚੰਗੇ ਆਦਮੀ ਨੇ, ਕੋਈ ਬਹੁਤੇ ਚੰਗੇ ਨੇ, ਕੋਈ ਬਹੁਤੇ ਮਾੜੇ ਨੇ, ਕੋਈ ਥੋੜੇ ਮਾੜੇ ਨੇ। ਸੁਣਨਾ ਕਿ ਹੈ ਜਿੰਨਾ ਕੋ ਜਿੰਨਾ ਜ਼ਿਆਦਾ ਦੂਰ ਹੈ ਆਪਣੇ ਮੂਲ ਤੋਂ, ਜਿੰਨਾ ਮਨ ਔਰ ਚਿੱਤ ਦਾ ਜ਼ਿਆਦਾ ਫਰਕ ਹੈ, ਓਨਾ ਹੀ ਮਨ ਅਸ਼ਾਂਤ ਹੈ, ਦੁਖੀ ਹੈ। ਹੁਣ ਇਹਨੇ ਸੰਤ ਬਣਨਾ, ਸ਼ਾਂਤ ਹੋਣਾ ਸੀ। ਸ਼ਾਂਤ ਅੰਦਰਲਾ ਸ਼ਾਂਤ ਹੈ। ਅੰਦਰਲੇ ਦੇ ਨਾਲ ਜੇ ਜੁੜ ਜਾਂਦਾ, ਜਿੱਥੇ ਅਸਲ ਦੇ ਵਿੱਚ ਜਿੱਥੇ ਅੰਦਰਲਾ ਬੈਠਾ ਉੱਥੇ ਹੈ ਹੀ ਸ਼ਾਂਤੀ। ਉਹ ਜਗ੍ਹਾ ਹੀ ਹਿਬਾ ਘਰ ਹੈ। ਇੱਥੇ ਜਿੰਨੀ ਮਰਜ਼ੀ ਗਰਮੀ ਹੋਵੇ, ਜੇ ਆਪਾਂ ਉੱਥੇ ਚਲੇ ਜਾਈਏ ਜਿੱਥੇ ਗਰਮੀ ਹੈ ਨਹੀਂ, ਜਿਵੇਂ ਲੋਕ ਸ਼ਿਮਲੇ ਚਲੇ ਜਾਂਦੇ ਨੇ ਜਾਂ ਹੋਰ ਹਿਲ ਸਟੇਸ਼ਨ ਨੇ, ਉੱਥੇ ਚਲੇ ਜਾਂਦੇ ਨੇ। ਉੱਥੋਂ ਕਿਤੇ ਠੰਡ ਲੈ ਕੇ ਤਾਂ ਨਹੀਂ ਆਉਂਦੇ, ਉੱਥੇ ਠੰਡ ਆਲਰੇਡੀ ਹੁੰਦੀ ਹੈ, ਉੱਥੇ ਗਰਮੀ ਹੁੰਦੀ ਹੋਈ ਨਹੀਂ। ਜਿਹੜੀ ਜਗ੍ਹਾ ਚਿੱਤ ਰਹਿੰਦਾ ਉੱਥੇ ਗਰਮੀ ਹੁੰਦੀ ਹੋਈ ਨਹੀਂ। ਗਰਮੀ ਕਿੱਥੇ ਹੁੰਦੀ ਹੈ? ਗਰਮੀ ਹੁੰਦੀ ਹੈ ਜਿੱਥੇ ਮਾਇਆ ਹੋਵੇ। ਅਗਮ ਸਾਗਰ ਮਨ ਮਾਇਆ ਦੇ ਵਿੱਚ ਫਸਿਆ ਹੋਇਆ ਕਰਕੇ ਇਹ ਅਸ਼ਾਂਤ ਹੈ। ਮਾਇਆ ਅਗਮ ਸਾਗਰ ਹੈ। ਅੱਗ ਦੇ ਸਾਗਰ 'ਚ ਕੋਈ ਬੈਠੇ ਜਾਂ ਤਰੇ ਜਾਂ ਨਹਾਵੇ, ਉਹ ਅਸ਼ਾਂਤੀ, ਅੱਗ ਦਾ ਪ੍ਰਭਾਵ ਸੇਕ ਨਾ ਲੱਗੇ, ਇਹ ਕਿਵੇਂ ਹੋ ਸਕਦਾ? ਹੋਣਾ ਹੀ ਹੈ। ਅਸਲ ਦੇ ਵਿੱਚ ਮਾਇਆ ਕਰਕੇ ਹੀ ਮਨ ਅਸ਼ਾਂਤ ਹੈ, ਨਾ ਜੁੜਿਆ ਹੋਇਆ ਕਰਕੇ।
ਜੇ ਮਾਇਆ ਵਿੱਚ ਉਦਾਸੀ ਹੋ ਜਵੇ, ਮਾਇਆ 'ਚ ਉਦਾਸੀ ਹੋਣ ਦਾ ਮਤਲਬ ਹੈ ਸ਼ਾਂਤ ਹੋਣਾ। ਸੰਤ ਫਿਰ ਵੀ ਨਹੀਂ ਬਣਦਾ, ਸ਼ਾਂਤੀ ਮਿਲ ਜੂਗੀ ਇਹਨੂੰ, ਸੰਤ ਨਹੀਂ ਬਣਦਾ। ਸੰਤ ਬਿਮਲ ਹੁੰਦਾ ਹੈ, ਇੱਕ ਬਿਮਲ ਲਫ਼ਜ਼ ਹੈ, ਬਿਮਲ। ਬਿਮਲ ਉਹ ਹੈ ਜਿਹਨੂੰ ਮੈਲ ਲੱਗਦੀ ਹੋਈ ਨਹੀਂ, ਮੈਲਾ ਹੁੰਦਾ ਹੀ ਨਹੀਂ, ਮੈਲਾ ਕਦੇ ਨਾ ਹੋਵੇ ਹੀ ਨਾ ਲੱਗੇ ਦਾਗਾ। ਪਰ ਸੰਤ ਲਫ਼ਜ਼ ਵੀ ਉਹਦੇ ਵਾਸਤੇ ਹੀ ਆਉਂਦਾ। ਸੰਤ ਉਹਦੇ ਵਾਸਤੇ ਜਿਹਦੇ ਅੰਦਰੋਂ ਸ਼ਾਂਤੀ ਪੈਦਾ ਹੁੰਦੀ ਹੈ। ਤਾਂ ਹੀ ਉਹਨੂੰ ਚੰਦਨ ਨੇ ਤਸ਼ਬੀਹ ਦਿੱਤੀ ਹੈ ਉਹ ਜਿਵੇਂ ਚੰਦਨ ਦਾ ਦਰਖਤ, ਗਰਮੀ ਦੇ ਉੱਥੇ ਗਰਮੀ ਹੁੰਦੀ ਹੈ ਜਿੱਥੇ ਚੰਦਨ ਪੈਦਾ ਹੁੰਦਾ, ਪਰ ਉਹਦੇ ਅੰਦਰੋਂ ਠੰਡ ਪੈਦਾ ਹੁੰਦੀ। ਸੱਪ ਉਹਦੇ ਨਾਲ ਲਿਪਟਿਆ ਜਿੰਨਾ ਚਿਰ ਰਹਿੰਦਾ ਉਹਨਾਂ ਚਿਰ ਸ਼ਾਂਤ ਹੈ, ਜਦ ਉਹਨੂੰ ਛੱਡ ਕੇ ਜਾਂਦਾ ਫਿਰ ਗਰਮੀ। ਇਸ ਕਰਕੇ ਮਨ ਜਿੰਨਾ ਚਿਰ ਚਿੱਤ ਨਾਲ ਜੁੜਿਆ ਰਹੇ ਤਾਂ ਇਹਨੂੰ ਸ਼ਾਂਤੀ ਮਿਲਦੀ ਰਹਿੰਦੀ ਹੈ, ਵਰਨਾ ਇਹ ਅਸ਼ਾਂਤ ਹੈ, ਅਸੰਤ ਹੈ, ਕਦੇ ਵੀ ਨਹੀਂ ਸੰਤ ਬਣ ਸਕਦਾ। ਇਹ ਜੁੜ ਕੇ ਉਹਦੇ ਨਾਲ ਇੱਕ ਹੋ ਕੇ ਹੀ ਸੰਤ ਹੈ ਅਸਲ 'ਚ। ਫਿਰ ਇਹਦੀ ਹੋਂਦ, ਇਹਦਾ ਨਾਂ ਮਿਟ ਜਾਂਦਾ, ਉਹ ਸੰਤ ਦਾ ਨਾਂ ਰਹਿ ਜਾਂਦਾ। ਉਹਦਾ ਉਦਾਹਰਣ ਸਾਨੂੰ ਦਿੱਤਾ ਹੈ ਗੰਗਾ ਜਮਨਾ ਦਾ, ਸਰਤਾ ਦਾ, ਨਦੀ ਦਾ, ਗੰਗਾ ਦਾ। ਕਬੀਰ ਕਹਿੰਦਾ ਗੰਗਾ ਕੇ ਸੰਗ ਸਰਤਾ ਵਿਗੜੀ। ਜਦੋਂ ਕੋਈ ਛੋਟਾ ਨਦੀ ਨਾਲਾ, ਛੋਟੀ ਨਦੀ, ਛੋਟੀ ਧਾਰਾ ਗੰਗਾ ਦੇ ਵਿੱਚ ਜਾ ਕੇ ਮਿਲ ਗਈ ਤਾਂ ਅੱਗੇ ਜਿਹੜਾ ਦਰਿਆ ਚੱਲਿਆ ਉਹਦਾ ਨਾਮ ਗੰਗਾ ਹੀ ਰਹੂਗਾ, ਧਾਰਾ ਖਤਮ ਹੋ ਜਾਂਦਾ। ਧਾਰਾ ਉੱਥੇ ਧੱਕੇ ਨਾ ਹੋ ਜਾਏ ਤਾਂ ਗੰਗਾ 'ਚ ਮਿਲਦੀ ਹੈ। ਇਵੇਂ ਮਨ ਦੀ ਵਿਚਾਰਧਾਰਾ ਜਿਹੜੀ ਸਾਡੀ ਹੈਗੀ, ਮਨਮੁਖਤਾ ਜਦੋਂ ਗੁਰੂ ਦੀ ਵਿਚਾਰਧਾਰਾ 'ਚ ਮਿਲ ਜਵੇ, ਚਿੱਤ ਕੋਲ ਗੁਰੂ ਦੀ ਵਿਚਾਰਧਾਰਾ, ਸੱਚਖੰਡ ਵਾਲੀ ਵਿਚਾਰਧਾਰਾ, ਜਦੋਂ ਸਾਡੇ ਵਿਚਾਰ ਉਹਦੇ ਨਾਲ ਅਸੀਂ ਅਰਪਣ ਕਰ ਦਈਏ, ਉਹਦੇ ਸਰੈਂਡਰ ਕਰ ਲਈਏ, ਫਿਰ ਅੱਗੇ ਵਿਚਾਰਧਾਰਾ ਕਿਹਦੀ ਚੱਲਦੀ ਹੈ? ਗੁਰਮਤਿ ਦੀ। ਗੁਰਮੁਖ ਮਾਇਆ ਵਿੱਚ ਉਦਾਸੀ ਕਿਵੇਂ ਹੋਇਆ? ਗੁਰਮੁਖ ਅੰਦਰਲਾ, ਬਾਹਰਲਾ ਨਹੀਂ ਹੈ। ਇਹ ਵੀ ਧਿਆਨ ਰੱਖਣ ਦੀ ਗੱਲ। ਗੁਰਮੁਖ ਮਾਇਆ ਵਿੱਚ ਉਦਾਸੀ, ਜਦ ਗੁਰਮੁਖ ਹੋ ਗਿਆ, ਇੱਕ ਹੋ ਗਿਆ, ਮਨ ਕਰਕੇ ਉਦਾਸੀ ਹੈ। ਮਾਇਆ ਦੇ ਵਿੱਚ ਹੁੰਦਾ ਹੋਇਆ ਵੀ ਮਨ ਕਰਕੇ ਉਦਾਸੀ ਹੈ, ਕਿਉਂਕਿ ਮਨ ਦੇ ਉੱਤੇ ਹੀ ਪ੍ਰਭਾਵ ਪੈਣਾ ਮਾਇਆ ਦਾ, ਹੋਰ ਨਹੀਂ ਕਿਤੇ ਪੈਂਦਾ। ਇਸ ਹਿੱਸੇ ਦੇ ਪੈਂਦਾ, ਇਸ ਹਿੱਸੇ ਤੇ ਮਾਇਆ ਦਾ ਪ੍ਰਭਾਵ, ਦੂਜੇ ਹਿੱਸੇ ਤੇ ਪੈਂਦਾ ਹੀ। ਮਨ ਨਹੀਂ ਮੰਨਦਾ, ਮਨ ਆਹ ਚਾਹੁੰਦਾ, ਮਨ ਆਹ ਚਾਹੁੰਦਾ, ਮਨ ਉਹ ਚਾਹੁੰਦਾ। ਬਸ ਜਦੋਂ ਸੰਤ ਬਣਨਾ ਅਸੀਂ ਕਹਿੰਦੇ ਹਾਂ, ਇਹਦਾ ਮਤਲਬ ਸੰਤ ਹੈ ਨਹੀਂ। ਸੰਤ ਕਹਿੰਦੇ ਨੇ ਵੀ ਸੰਤ ਬਣ ਜਾਓ, ਸਿੱਖ ਬਣ ਜਾਓ। ਸਿੱਖ ਬਣ ਜਾਓ ਤੇ ਸਿੱਖ ਬਣਨ ਵਾਸਤੇ ਕੀ ਚਾਹੀਦਾ? ਸੰਤ ਬਣਨ ਵਾਸਤੇ ਕੀ ਚਾਹੀਦਾ? ਮੰਨ ਲਿਆ ਕਿ ਕੱਪੜੇ ਬਦਲ ਲਓ, ਡਰੈਸ ਬਦਲ ਲਓ, ਬਾਣਾ ਬਦਲ ਲਓ, ਸੰਤ ਬਣ ਗਿਆ। ਬਾਣਾ ਬਦਲ ਲਓ, ਸਿੱਖ ਬਣ ਗਿਆ। ਕੇਸ ਨਹੀਂ ਰੱਖਦਾ, ਕੇਸ ਰੱਖਦਾ, ਸਿੱਖ ਬਣ ਗਿਆ। ਪਛਾਣ ਕਰਾਤੇ ਗਲਤ ਗੱਲ ਹੈ। ਵਿਚਾਰਧਾਰਾ ਬਦਲੇ ਤੇ ਵਿਚਾਰਧਾਰਾ ਜਿਹੜੀ ਮਨਮੁਖਤਾ ਦੀ ਛੱਡ ਕੇ ਹੀ ਮਤਲਬ ਹੈ ਗੁਰੂ ਦੀ ਵਿਚਾਰਧਾਰਾ ਨਾਲ ਸਿੱਖ। ਸਿੱਖ ਤਾਂ ਸਿੱਖਿਆ ਦੇ ਨਾਲ। ਸਿੱਖੀ ਕੀ ਹੈ? ਸਿੱਖਿਆ ਹੈ ਗੁਰੂ ਵਿਚਾਰ, ਸਤਿਗੁਰ ਦੀ, ਗੁਰੂ ਦੀ ਵਿਚਾਰਧਾਰਾ। ਸਿੱਖੀ ਸਿੱਖਿਆ ਗੁਰੂ ਵਿਚਾਰ। ਨਦਰੀ ਕਰਮ ਲਗਾਏ ਪਾਰ, ਮਿਹਰ ਪਰਮੇਸ਼ਰ ਦੀ ਨਾ ਪਾਰ ਹੋਣੇ ਨੇ, ਕਿਰਪਾ ਉਹਦੀ ਹੋਣੀ ਹੈ ਪਾਰ ਲੰਘਣ ਵਾਸਤੇ। ਪਰ ਸਿੱਖਿਆ ਇਹਨੇ ਲੈਣੀ ਹੈ, ਸਿੱਖਿਆ ਇਹਨੇ ਮੰਨਣੀ ਹੈ, ਮਨ ਇਹਨੇ ਬਦਲਣਾ ਆਪਣਾ। ਹੁਣ ਮਨ ਬਦਲਣ ਵਾਲੀ ਗੱਲ ਛੱਡ ਕੇ ਸਰੀਰ ਦੇ ਉੱਤੇ ਕੇਸ ਰੱਖ ਕੇ ਸਰੀਰ ਦਾ ਸਰੂਪ ਬਦਲਣ ਵਾਲੀ ਗੱਲ ਸ਼ੁਰੂ ਕਰ ਲਈ। ਇਹ ਤਾਂ ਸੰਤਾਂ ਨੇ ਵੀ ਕੀਤੀ ਸੀ, ਇਹ ਤਾਂ ਸੰਤਾਂ ਨੇ ਵੀ ਇਹੀ ਕੀਤਾ ਹੋਇਆ ਸੀ, ਸਾਧ ਵੀ ਇਹੀ ਕਰਦੇ ਸੀ। ਉਹਨੂੰ ਖੰਡਨ ਕੀਤਾ ਬਾਣੀ ਨੇ ਜਗ੍ਹਾ ਜਗ੍ਹਾ। ਗੁਰਬਾਣੀ
ਭਗਤਾਂ ਤੋਂ ਲੈ ਕੇ ਇਹਦੇ ਖਿਲਾਫ ਬੋਲਦੀ ਹੈ। ਅੱਜ ਅਸੀਂ ਵੀ ਉਹੀ ਪ੍ਰਚਾਰ ਕਰਤਾ ਸ਼ੁਰੂ, ਤੇ ਗੁਰਮਤਿ ਦਾ ਪ੍ਰਚਾਰ ਤਾਂ ਨਾ ਹੋਇਆ ਫਿਰ ਇਹ। ਸਿੱਖ ਬਣਨ ਵਾਸਤੇ ਕਿਤੇ ਵੀ ਭਗਤਾਂ ਨੇ ਆ ਗੁਰੂਆਂ ਨੇ ਆ ਹੋਰ ਕਿਸੇ ਨੇ ਜਿੰਨਿਆਂ ਦੀ ਵੀ ਬਾਣੀ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਨੇ ਬਾਣਾ ਬਦਲਣ ਦੀ ਗੱਲ ਨਹੀਂ ਲਿਖੀ, ਕਿਤੇ ਵੀ ਨਹੀਂ ਲਿਖੀ। ਮੁਸਲਮਾਨ ਨੂੰ ਵੀ ਸਿੱਖਿਆ ਦੇ ਦਿੱਤੀ, ਜੋਗੀ ਨੂੰ ਵੀ ਸਿੱਖਿਆ ਦਿੱਤੀ ਹੋਈ ਹੈ, ਪੰਡਤ ਨੂੰ ਵੀ ਸਿੱਖਿਆ ਦਿੱਤੀ ਹੋਈ ਹੈ। ਸੋ ਪੰਡਤ ਜੋ ਮਨ ਪ੍ਰਬੁੱਧ ਹੈ। ਭੇਖ ਦਾ ਮਨ ਤੇ ਕੋਈ ਅਸਰ ਪੈਂਦਾ ਹੀ? ਭੇਖ ਬਦਲੇ ਨਹੀਂ ਹੁੰਦਾ ਜਿੰਨਾ ਚਿਰ। ਭੇਖ ਬਦਲਣਾ ਵੀ ਬਹੁਤ ਔਖਾ ਹੈ, ਗੱਲ ਠੀਕ ਹੈ। ਸਮਾਜਿਕ ਜਿਹੜੀ ਸ਼ਰਮ ਹੈ ਸਾਨੂੰ ਭੇਖ ਨਹੀਂ ਬਦਲ ਦਿੰਦੀ, ਇਹ ਸਮਾਜਿਕ ਗੱਲ ਹੈ, ਇਹ ਸਮਾਜਿਕ ਗੱਲ ਹੈ। ਅੱਜ ਲੋਕ ਬਾਣਾ ਕਿਉਂ ਨਹੀਂ ਪਾਉਂਦੇ? ਸਮਾਜਿਕ ਗੱਲ ਹੈ। ਕਿਸੇ ਵੇਲੇ ਬਾਣਾ ਬਦਨਾਮ ਕਰ ਦਿੱਤਾ ਗਿਆ, ਕਿਉਂਕਿ ਸਰਕਾਰ ਦੇ ਖਿਲਾਫ ਸੀ, ਸਰਕਾਰ ਦਾ ਪ੍ਰਚਾਰ ਹੋ ਗਿਆ। ਇਹ ਸਮਝ ਲਓ ਵੀ ਜਿਹੜੇ ਬਾਣਾ ਪਾ ਲਿਆ ਉਹ ਹੈ ਨਹੀਂ, ਖਤਮ, ਉਹਦੀ ਖੈਰ ਨਹੀਂ। ਫਿਰ ਗਰੀਬੀ ਸੀ ਇਹਨਾਂ ਤੇ, ਜੇ ਸਰਕਾਰ ਖਿਲਾਫ ਹੈ ਗਰੀਬ ਤਾਂ ਹੋਣਾ ਹੀ ਹੈ। ਉਹ ਜਿਹੜਾ ਪ੍ਰਚਾਰ ਹੈ ਉਹਦਾ ਅਸਰ ਹੈ, ਔਰ ਸਾਰੇ ਹੀ ਬਾਣਿਆਂ ਦੇ ਉੱਤੇ ਹੈ, ਇਹ ਨਹੀਂ ਹੈ ਇਹਨਾਂ ਤੇ ਹੀ ਹੈ। ਹਿੰਦੂਆਂ ਦੇ ਸਾਧ ਬਣਾ ਕੇ ਦਿਖਾ ਕੇ ਸਨ, ਬਣ ਜੂ ਜਾਣਾ ਸਾਹਿਬ ਧੋਤੀ ਪਵਾ ਕੇ ਦੇਖੋ, ਪੰਡਤ ਵਾਲੀ ਕੋਈ ਨਹੀਂ ਪਾਉਂਦਾ। ਸਾਧ ਨੂੰ ਚਾਹੇ ਮੱਥਾ ਟੇਕਦੇ ਨੇ, ਪਰ ਸਾਧ ਤੋਂ ਅੰਦਰੋਂ ਨਫ਼ਰਤ ਘਟ ਗਿਆ ਸਮਝਦੇ ਨੇ ਵੀ ਮੰਗਦਾ ਫਿਰਦਾ। ਆਪਣੇ ਬੱਚੇ ਨੂੰ ਕੋਈ ਸਾਧ ਬਣਾ ਕੇ ਰਾਜੀ ਨਹੀਂ ਹੈ, ਉਹਨੂੰ ਤਾਂ ਪੜ੍ਹਾ ਕੇ ਰਾਜੀ ਹੈ ਕਾਲਜਾਂ 'ਚ, ਉਹਨੂੰ ਤਾਂ ਐਸਡੀਐਮ ਬਣਾ ਕੇ ਰਾਜੀ ਹੈ, ਉਹਨੂੰ ਤਾਂ ਅਫਸਰ ਬਣਾ ਕੇ ਰਾਜੀ ਹੈ। ਸਾਧ ਦੇ ਮੱਥਾ ਟੇਕਾਉਂਦੀ ਜਾ ਕੇ ਬੜਾ ਉਹਨੂੰ ਮੰਨਦੇ ਨੇ, ਅੰਦਰੋਂ ਨਫ਼ਰਤ ਪਰ ਹੈਗੀ ਹੈ। ਦੁਬਦਾ ਹੈ ਇਹ ਬੜਾ ਕੌਣ ਹੋਇਆ? ਜੇ ਬੜਾ ਤੂੰ ਸਾਧ ਬਣਾ, ਫਿਰ ਉਹਨੂੰ ਆਪਣੇ ਮੁੰਡੇ ਨੂੰ ਉੱਥੇ ਬਣਾਉਣਾ ਨਹੀਂ। ਆ ਪੈਰੀਆ ਤਾਂ ਆਪ ਵੀ ਲਾਉਣਾ, ਘਰ ਵਾਲਿਆਂ ਨੇ ਵੀ ਲਾਉਣਾ, ਜਵਾਕ ਨੇ ਵੀ ਲਾਉਣਾ। ਇਹ ਹਾਲਤ ਦੁਨੀਆ ਦੀ ਧਰਮ ਦੇ ਪ੍ਰਤੀ ਦ੍ਰਿਸ਼ਟੀਕੋਣ ਹੈ ਪਬਲਿਕ ਦਾ। ਉਹ ਤਾਂ ਘਟੀਆ ਸਮਝਦੇ ਨੇ। ਉਂਝ ਤਾਂ ਗੁਰਦੁਆਰੇ ਦੇ ਤਾਂ ਭਾਈ ਜੀ ਨੂੰ ਜੇ ਸਾਰੇ ਕੰਮ ਕਰਾਉਣੇ, ਗੁਰਦੁਆਰੇ ਦੇ ਭਾਈ ਜੀ ਨੂੰ ਕਰਾਉਣਾ, ਤੇ ਜੇ ਉਂਝ ਗੁਰਦੁਆਰੇ ਦਾ ਭਾਈ ਜੇ ਬਣ ਕੇ ਰਾਜੀ ਨੂੰ ਕੋਈ ਭਾਈ ਜੀ ਨੂੰ ਸਮਝਦੇ ਨੌਕਰ ਘਟੀਆ। ਤੂੰ ਵੀ ਇਹ ਜਿਹੇ ਵਿਚਾਰੇ ਕਿਉਂ ਆਉ ਚੰਗਾ ਆਦਮੀ ਉੱਥੇ, ਜਾਂ ਥੋੜਾ ਦ੍ਰਿਸ਼ਟੀਕੋਣ ਮਾੜਾ ਉਹਦੇ ਵਾਸਤੇ। ਸਮਾਜਿਕ ਤੌਰ ਤੇ ਦ੍ਰਿਸ਼ਟੀਕੋਣ ਤੁਹਾਡੇ ਚੰਗਾ ਨਹੀਂ ਉਹਦੇ ਵਾਸਤੇ। ਸਮਾਜਿਕ ਤੌਰ ਤੇ ਉਹਦੇ ਹੁਣ ਉਹਨਾਂ ਦੇ ਅੰਗਰੇਜ਼ਾਂ ਦੇ ਈਸਾਈਆਂ ਦੇ ਬਹੁਤ ਇੱਜ਼ਤ ਹੈ, ਜਿਹੜੇ ਉਹਨਾਂ ਦੇ ਪਾਦਰੀ ਵਗੈਰਾ ਨੇ ਉੱਥੇ ਭੱਜ ਕੇ ਜਾਂਦੇ ਨੇ। ਪਾਦਰੀ ਬਣਨ ਵਾਲੇ ਡੀਸੀ ਕੋ ਚਲਾ ਜਾਵੇ ਬਰਾਬਰ ਕੁਰਸੀ ਦਿੰਦਾ ਉਹ। ਸਾਡੇ ਥਾਣੇ 'ਚ ਨਫ਼ਰਤ ਕਰਦੇ ਨੇ ਜੇ ਗ੍ਰੰਥੀ ਕਹਿੰਦੇ ਗੋਲ ਕਿਚੋਰ ਰਹੂਗੀ, ਇਹਨੂੰ ਕਿਤੇ ਨੌਕਰੀ ਨਹੀਂ ਮਿਲੀ, ਕਿਤੇ ਭੁੱਖਾ ਮਰਦਾ ਗੁਰਦੁਆਰੇ ਆ ਗਿਆ, ਹੋਰ ਕਿਤੇ ਜਗ੍ਹਾ ਮਿਲੀ ਨਹੀਂ, ਇੱਥੇ ਆਪਣਾ ਵਿਚਾਰਾ ਨੇ ਫੜਦਾ। ਸਤਿਕਾਰ ਵਾਲੀ ਹੈ ਨਹੀਂ, ਸਤਿਕਾਰ ਨਹੀਂ ਹੈ, ਸਤਿਕਾਰ ਨਹੀਂ ਹੈ। ਸਤਿਕਾਰਯੋਗ ਆਦਮੀ ਉੱਥੇ ਜਾਂਦੇ ਨਹੀਂ, ਇਹਨੂੰ ਗਏ ਨਹੀਂ। ਫਿਰ ਕੋਲ ਵੀ ਨਹੀਂ ਸੀ ਕੁਛ। ਸਾਰਿਆਂ ਨੂੰ ਬੜੀ ਗੱਲ ਹੈ ਜੋ ਸੀ ਵਿਚਾਰਧਾਰਾ ਨਹੀਂ ਰਹੀ, ਵਿਚਾਰਧਾਰਾ ਹੀ ਨਹੀਂ ਸਾਡੇ ਕੋਲ ਰਹੀ। ਸਤਿਕਾਰ ਹੋ ਜਾਂਦਾ ਫਿਰ ਵੀ ਹੋ ਜਾਂਦਾ। ਸਤਿਕਾਰ ਇਸੇ ਕਰਕੇ ਸਤਿਕਾਰ ਰਵਿਦਾਸ ਦਾ ਵੀ ਹੋ ਗਿਆ। ਉਹ ਤਾਂ ਬਦਬੂ ਆਉਂਦੀ ਸੀ ਲੋਕਾਂ ਜਿਹੜੇ ਕਹਿੰਦੇ ਨੇ ਆਉਣੀ ਹੋਈ ਹੈ, ਕੰਮੇ ਕਰਦਾ ਸੀ ਉੱਥੋਂ। ਹੁਣ ਜਿੱਥੇ ਹਰ ਵਾਰ ਚਮੜੇ ਚ ਰਹਿਣੇ ਭਾਈ, ਚਮੜੇ ਚੋਂ ਬਦਬੂ ਆਉਣੀ ਹੋਈ ਹੈ, ਸਮੈਲ ਆਉਣੀ ਹੋਈ ਹੈ ਉਹੀ। ਫਿਰ ਇੱਜ਼ਤ ਕਹੀ ਜੀ ਹੋਗੀ, ਕਾਹਦੇ ਨਾਲ ਹੋਈ? ਵਿਚਾਰਧਾਰਾ ਨਾਲ। ਜੇ ਕੋਈ ਸੋਨੇ ਦੇ ਗਹਿਣੇ ਗੰਦੀਆਂ ਲੀਰਾਂ 'ਚ ਬੰਨ ਕੇ ਲਕੋ ਦੇਵੇ ਘਰ 'ਚ, ਕੋਈ ਚੋਰ ਆਵੇ ਉਹ ਸਮਝ ਲਵੇ ਵੀ ਇਹਨਾਂ ਨੂੰ ਕਾਹਨੂੰ ਹੱਥ ਲਾਉਣਾ ਹੈ, ਜੇ ਨਹੀਂ ਹੁਣ ਸਭ ਆਪਣਾ ਬਚਾਅ ਹੋ ਗਿਆ। ਪਛਾਣੋ ਕੌਣ?
ਖੁੱਲੇ ਦੇ ਬਿਨਾਂ ਕੌਣ ਪਛਾਣੂਗਾ? ਜਿਨ੍ਹਾਂ ਨੇ ਪਛਾਣ ਆਖਰ ਹੌਲੀ ਹੌਲੀ ਪਛਾਣ ਆ ਗਈ ਨਾ, ਇੱਜ਼ਤ ਹੋ ਗਈ ਨਾ। ਜੇ ਕੋਲ ਵਿੱਚ ਸੌਦਾ ਹੋਵੇ ਨਾ ਸਹੀ, ਤਾਂ ਘਟੀਆ ਵੀ ਚੀਜ਼ ਦੀ ਇੱਜ਼ਤ ਹੋ ਜਾਂਦੀ। ਵਿੱਚ ਚੀਜ਼ ਹੋਵੇ, ਹੀਰਾ ਹੋਵੇ ਸਹੀ, ਉੱਪਰ ਚਾਹੇ ਗੋਦੜੀ ਲਪੇਟੀ ਹੋਵੇ, ਲੀਰੇ ਲਪੇਟੀ ਹੋਵੇ, ਜਾਂ ਖੋਲੂਗਾ ਜਦ ਪਤਾ ਲੱਗ ਜੂ, ਜਦ ਬੋਲੂਗਾ ਜਦ ਪਤਾ ਲੱਗ ਜੂ। ਉਹ ਚੀਜ਼ ਹੈ ਉਹ ਨਹੀਂ ਹੁਣ ਸਾਡੇ ਅਸਲ ਤਾਂ ਨਹੀਂ ਇੱਜ਼ਤ ਹੈ ਨਾ ਗ੍ਰੰਥ ਚੀਜ਼ ਹੈ। ਜੋ ਚੀਜ਼ ਗੁਰਬਾਣੀ ਚ ਪਾ ਕੇ ਦਿੱਤੀ ਸੀ ਉਹ ਅਸੀਂ ਕੱਢ ਕੇ ਦੇ ਨਹੀਂ ਸਕਦੇ, ਔਰ ਨਾ ਸਾਡਾ ਦੇਣਾ ਟਾਰਗੇਟ ਹੈ। ਟਾਰਗੇਟ ਹੀ ਨਹੀਂ ਹੈ ਦੇਣਾ, ਟਾਰਗੇਟ ਵੀ ਨਹੀਂ। ਜੇ ਕੋਈ ਦਵੇ ਤਾਂ ਲੈਣ ਦੀ ਸਲਾਹ ਵੀ ਹੈ ਨਹੀਂ। ਆਚਰਣ ਜੋ ਅਸੀਂ ਆਪਣਾ ਬਣਾ ਲਿਆ, ਉਹ ਆਚਰਣ ਨੂੰ ਬਾਣੀ ਹੁਣ ਕਹਿੰਦੀ ਹੈ ਵੀ ਇਹ ਆਚਰਣ ਗਲਤ ਹੈ, ਇਹ ਰਾਹ ਛੱਡ ਕੇ ਇਹਨੂੰ ਜਾਓ। ਆਚਰਣ ਨੂੰ ਤਿਆਰ ਨਹੀਂ। ਸਾਰੇ ਮਾਇਆਧਾਰੀ ਨੇ A to Z ਸਾਰੇ, ਜੋ ਗੁਰਦੁਆਰਾ ਉੱਪਰੋਂ ਲੈ ਕੇ ਪ੍ਰਬੰਧ ਚ ਨੇ, ਧਾਰਮਿਕ ਨੇ, ਜਿੰਨੇ ਸਾਰੇ ਮਾਇਆਧਾਰੀ ਨੇ। ਕੋਈ ਬਿਰਲਾ ਹੋਊ ਜਿਹੜਾ ਮਾਇਆਧਾਰੀ ਨਹੀਂ ਹੈਗਾ, ਟਾਵੇਂ ਟਾਵੇਂ ਹੋਣਗੇ, ਪਰ ਉਹ ਉਹਨਾਂ ਨੂੰ ਸਮਝ ਨਹੀਂ ਆਈ ਹੋਈ ਹੈ ਇਹ ਗੱਲ ਦਾ। ਪ੍ਰਚਾਰ ਬੰਦ ਹੈ ਉਸ ਗੱਲ ਦਾ ਹਾਲ ਤੱਕ। ਮਾਇਆਧਾਰੀਆਂ ਦੇ, ਮਾਇਆ ਦੇ ਪ੍ਰਭਾਵ ਤੋਂ ਰਹਿਤ ਹਰ ਵਕਤ ਕੁਝ ਆਦਮੀ ਹੁੰਦੇ ਨੇ, ਰਹਿੰਦੇ ਨੇ, ਕਦੇ ਕਾਲ ਨਹੀਂ ਪੈਂਦਾ ਇਹਨਾਂ ਦਾ। ਇਸੇ ਕਰਕੇ ਗੁਰਬਾਣੀ ਚ ਲਿਖਿਆ ਗਿਆ ਕਿ ਹੈਨ ਵਿਰਲੇ ਪਰ ਬਿਰਲਿਆਂ ਦੇ ਵਿੱਚੋਂ ਵੀ ਗਿਆਨ ਲੈਣ ਵਾਲੇ, ਸਮਝਣ ਵਾਲੇ ਥੋੜੇ ਸੀ। ਇੱਛਾ ਰੱਖਣ ਵਾਲੇ ਜ਼ਿਆਦਾ ਸੀ। ਉਸ ਲੈਵਲ ਦੀ ਬੁੱਧੀ ਹੈ ਨਹੀਂ ਸੀ ਬਿਰਲਿਆਂ ਕੋਲ ਵੀ, ਨਹੀਂ ਤਾਂ ਬਹੁਤ ਸਾਰੇ ਭਗਤ ਪੈਦਾ ਕਰ ਦਿੰਦਾ ਨਾਲ। ਉਹ ਮੈਲ ਨਾਲ ਲਿਬੜੇ ਜੇ ਬਿਰਲੇ ਵੀ ਹੁੰਦੇ ਤਾਂ ਹਜ਼ਾਰਾਂ ਹੀ ਭਗਤ ਪੈਦਾ ਹੋ ਜਾਂਦੇ, ਜਿੰਨਾ ਉਹਨਾਂ ਨੇ ਟੂਰ ਕੀਤਾ। ਲੱਖਾਂ ਦੀ ਤਾਦਾਦ ਚ ਭਗਤ ਪੈਦਾ ਹੋ ਜਾਂਦੇ। ਬਿਰਲਾ ਵੀ ਹੋਵੇ ਤਾਂ ਹੀ ਬਹੁਤ ਫਰਕ ਪੈਂਦਾ। ਹੁਣ ਇਹ ਦਰਖਤ ਆਪਣੇ ਇੱਥੇ ਜੰਗਲ ਦਾ ਹੈ ਨਹੀਂ, ਵਿਰਲੇ ਨੇ, ਵਿਰਲੇ ਹੈ ਹੀ ਪੇੜ ਖੇਤਾਂ 'ਚ। ਇਹਨਾਂ ਦੀ ਗਿਣਤੀ ਕਰ ਲਓ ਕਿੰਨੇ। ਇੱਕ ਵੀ ਬੰਦਾ ਨਹੀਂ ਮਿਲਿਆ। ਉਹ ਬੰਦਾ ਜਿਹੜਾ ਮਿਲਿਆ ਤਾਂ ਘਰ ਆ ਕੇ ਮਿਲ ਗਿਆ ਜਿਹੜਾ ਸੀਗਾ, ਉਹੀ ਬੰਦਾ ਸੀ ਇਸ ਲੈਵਲ ਦਾ ਉਸ ਵੇਲੇ, ਜਿਹੜਾ ਬਿਲਕੁਲ ਨੇੜੇ ਖੜਾ ਸੀ, ਜਿਹਨੇ ਪਿਕਅਪ ਕਰ ਲਈ ਗੱਲ, ਜਿਹਨੂੰ ਸਮਝ ਆ ਗਈ ਗੱਲ। ਹਾਂ, ਲਾਈਨ 'ਚ ਲੱਗੇ ਤੇ ਪਾਈਪਲਾਈਨ 'ਚ ਆ ਰਹੇ ਤੇ ਸਾਰੇ ਉੱਤੇ। ਉਹ ਫਿਰ ਆਏ ਨੇ ਪੰਜਮ ਪਾਤਸ਼ਾਹ, ਦਸਮ ਪਾਤਸ਼ਾਹ ਵੇਲੇ ਸੰਗਤ ਵੱਧਦੀ ਚਲੀ ਗਈ ਉਹਨਾਂ ਨਾਲ। ਫਿਰ ਉੱਤੇ ਛੱਡ ਕੇ ਪੈਦਾ ਹੁੰਦੇ ਰਹੇ। ਦੂਆ ਜਨਮ ਹੋ ਗਿਆ, ਤੀਆ ਡਿਵੈਲਪਮੈਂਟ ਹੋਈ, ਡਿਵੈਲਪਮੈਂਟ ਹੁੰਦੀ ਚਲੀ ਗਈ। ਪਰ ਉਸ ਲੈਵਲ ਦਾ ਹੋਵੇ ਤਾਂ। ਜੇ ਸਾਧ ਬਣਨਾ ਹੈ ਅਸੀਂ, ਤਾਂ ਕੱਪੜੇ ਪਾ ਕੇ ਅਸੀਂ ਸਾਧ ਕਿਵੇਂ ਕਹਾ ਸਕਦੇ ਹਾਂ? ਕਿ ਕੱਪੜੇ ਪਾ ਕੇ ਸੰਤ ਬਣ ਜਾਂਦਾ? ਕੱਪੜੇ ਬਦਲ ਕੇ ਉਹਦਾ ਨਾਮ ਸੰਤ ਰੱਖਿਆ ਜਾ ਸਕਦਾ? ਨਹੀਂ ਰੱਖਿਆ ਜਾ ਸਕਦਾ। ਜਦੋਂ ਸਿੱਧਾ ਨਾਲ ਗੱਲ ਹੁੰਦੀ ਹੈ ਸਿੱਧ ਗੋਸ਼ਟ ਵਿੱਚ, ਉੱਥੇ ਸੰਤ ਦੀ ਉਹ ਗੱਲ ਆਈ ਹੈ ਨਾ। ਸਿੱਧ ਆਪਣੇ ਆਪ ਨੂੰ ਸੰਤ ਮੰਨਦੇ ਨੇ। ਸਤਿਗੁਰੂ ਨਾਨਕ ਦੇਵ ਜੀ ਗੱਲ ਸੰਤ ਮੰਨਦੇ ਨਹੀਂ, ਉਹਨਾਂ ਨੂੰ ਮੰਨਣ ਨੂੰ ਤਿਆਰ ਨਹੀਂ। ਕਿਉਂ ਨਹੀਂ ਮੰਨਣ ਨੂੰ ਤਿਆਰ? ਆਹੀ ਗੱਲ ਸੀ ਜਿਹੜੀ ਡਿਸਕਸ ਕੀਤੀ। ਉਹ ਨਹੀਂ ਮੰਨਣ ਨੂੰ ਤਿਆਰ ਸੰਤ ਇਹਨਾਂ ਨੂੰ, ਕਿਉਂ? ਮਹਿਜ਼ ਕੱਪੜੇ ਬਦਲੇ ਹੋਏ ਨੇ ਉਹਨਾਂ ਦੇ। ਔਰ ਸੰਤ ਦੇਹਧਾਰੀ ਹੁੰਦਾ ਹੀ ਨਹੀਂ। ਉਹ ਦੇਹਧਾਰੀ ਨੂੰ ਸੰਤ ਕਹਿੰਦੇ ਨੇ, ਸੰਤ ਦੇਹਧਾਰੀ ਨਹੀਂ ਹੁੰਦਾ। ਭੇਦ ਨਾ ਜਾਣੋ ਮਾਨਸ ਦੇ ਵਾਲਾ ਸੰਤ ਹੁੰਦਾ, ਕਿਉਂਕਿ ਫਿਰ ਅੰਦਰਲੇ ਦੀ ਹੋਂਦ ਹੈ, ਬਾਹਰਲੇ ਦੀ ਹੋਂਦ ਨਹੀਂ ਹੁੰਦੀ।
ਜਿਹੜਾ ਸੰਤ ਅੰਦਰਲਾ ਹੈ ਉਹਦੀ ਪ੍ਰਧਾਨਗੀ ਹੈ। ਜਿਵੇਂ ਗੰਗਾ ਦੇ ਵਿੱਚ ਜਿਹੜੀ ਨਦੀਆਂ ਜਿੰਨੀਆਂ ਪੈ ਗਈਆਂ ਛੋਟੀ ਛੋਟੀਆਂ ਗਾਹਾਂ ਗੰਗਾ ਹੀ ਹੈ, ਉਹਨਾਂ ਦਾ ਨਾਂ ਨਹੀਂ, ਇਵੇਂ ਮਨ ਦਾ ਨਾਂ ਖਤਮ ਹੋ ਜਾਂਦਾ ਤਾਂ ਚੱਲਦਾ ਸੰਤ। ਉਹ ਤਾਂ ਹੀ ਕਹਿ ਰਹੇ ਨੇ ਉਹਨਾਂ ਨੂੰ ਕਿ ਸੰਤ ਦਾ ਲੱਛਣ ਕੀ ਹੈ। ਮੈਂ ਸੰਤ ਕਿਉਂ ਮੰਨੂਗਾ, ਕਿਹਨੂੰ ਮੰਨੂਗਾ? ਦੁਨੀਆ ਵਿੱਚ ਸੱਚ ਦਾ ਕਾਲ ਪਿਆ ਹੈ, ਸੱਚ ਦਾ ਕਾਲ ਰਹਿੰਦਾ ਹੀ ਹੈ। ਕਦੇ ਕਦੇ ਹੀ ਸੱਚ ਦਾ ਕਾਲ ਖਤਮ ਹੁੰਦਾ, ਮੀਂਹ ਪੈਂਦਾ, ਜੋ ਮੀਂਹ ਕਦੇ ਕਦੇ ਪੈਂਦਾ, ਐਵੇਂ ਸੱਚ ਦਾ ਬਾਰਿਸ਼ ਵੀ ਕਦੇ ਕਦੇ ਹੁੰਦੀ, ਹਮੇਸ਼ਾ ਨਹੀਂ ਹੁੰਦੀ। ਸੱਚ ਕਾਲ ਕੂੜ ਵਰਤਿਆ, ਕਲ ਕਾਲਕ ਬੈਤਾਲ। ਕਹਿੰਦੇ ਨਾਨਕ ਸੰਤ ਮਿਲਿਆ ਸੱਚ ਪਾਈਏ। ਜਦ ਸੰਤ ਜੰਮਦਾ ਹੈ, ਸੰਤ ਹੁੰਦਾ ਹੈ, ਸੱਚ ਦੀ ਬਾਰਿਸ਼ ਹੁੰਦੀ ਹੈ। ਸੱਚ ਦਾ ਕਾਲ ਪਿਆ ਹੈ, ਸੰਤ ਹੈ ਨਹੀਂ। ਜੇ ਸੰਤ ਹੋਵੇ ਸੱਚ ਦੀ ਬਾਰਿਸ਼ ਕਰੇ, ਫੇਰ ਰੁੱਤ ਆਉਂਦੀ ਹੈ, ਜਿਹਨੂੰ ਕਹਿੰਦੇ ਰੁੱਤ। ਰੁੱਤੀ ਨੂੰ ਰੁੱਤ ਹੋਏ, ਜੇ ਇੱਕ ਹੋਏ ਤਾਂ ਉਗਬੈ। ਇਹ ਤਾਂ ਹੈ, ਰੁੱਤੀ ਨੂੰ ਰੁੱਤ ਹੋਏ ਤਾਂ ਮਤਲਬ ਕੀ ਹੋਇਆ? ਉਸ ਵੇਲੇ ਗੁਰਮਤਿ ਦਾ ਸਹੀ ਉਪਦੇਸ਼ ਚੱਲਦਾ ਹੋਵੇ, ਉਹਦੇ ਤੇ ਬਾਰਿਸ਼ ਪੈ ਜਵੇ, ਆਂधी ਪਾਛੇ ਜੋ ਜਲ ਵਰਸੇ ਤੇ ਤੇਰਾ ਜਨ ਭੀਨਾ। ਜੇ ਸੱਚ ਦੀ ਬਾਰਿਸ਼ ਨਾ ਪੈਂਦੀ ਹੁੰਦੀ, ਜੇ ਪਾਵਸ ਨਾ ਹੁੰਦੀ, ਜੇ ਬਾਰਿਸ਼ ਸੱਚ ਦੀ ਬਾਰਿਸ਼ ਨਾ ਹੁੰਦੀ, ਨਾਮ ਦੀ ਬਾਰਿਸ਼ ਨਾ ਹੁੰਦੀ, ਤਾਂ ਲੈਣਾ ਨਹੀਂ ਸੀ ਜੰਮਦਾ। ਇੱਕ ਸੀਗਾ ਜੰਮ ਨਹੀਂ ਸਕਦਾ, ਤਾਂ ਨਾਨਕ ਦੀ ਸੰਗਤ ਨੇ ਜੰਮਿਆ, ਜੰਮ ਕੇ ਜਾਂਦਾ। ਜੇ ਸੱਚ ਦੀ ਬਾਰਿਸ਼ ਨਾ ਹੁੰਦੀ, ਉਹ ਦਾਇਰੇ ਚ ਆਉਂਦਾ ਜਿੱਥੇ ਬਾਰਿਸ਼ ਹੁੰਦੀ ਸੀ, ਤਾਂ ਅਮਰਦੇਵ ਨਹੀਂ ਸੀ ਜੰਮਦਾ। ਤੇ ਜੰਮਿਆ, ਲਿਖਿਆ ਹੋਇਆ ਸਵਈਆਂ ਦੇ ਵਿੱਚ। ਵਰਿਓ ਕੀ ਹੁੰਦਾ? ਬਾਰਿਸ਼ ਕੀਤੀ ਉੱਤੇ। ਵਰਿਆ ਦਾ ਮਤਲਬ ਕੀ ਹੁੰਦਾ? ਮੀਂਹ ਭਰ ਗਿਆ, ਭਰ ਗਿਆ। ਜਦ ਤੱਕ ਤੇ ਨਾ ਵਰਦਾ ਤੇ ਪੈਦਾ ਕਿਵੇਂ ਹੋ ਜਾਂਦਾ? ਉਹ ਆ ਗਿਆ ਦਾਇਰੇ ਚ, ਉੱਥੇ ਜਿੱਥੇ ਬਾਰਿਸ਼ ਹੁੰਦੀ ਸੀ। ਬਾਰਿਸ਼ ਵੀ ਤਾਂ ਕਿਸੇ ਦਾਇਰੇ 'ਚ ਹੁੰਦੀ ਹੈ। ਉਸ ਦਾਇਰੇ 'ਚ ਆ ਗਿਆ ਜਿੱਥੇ ਬਾਰਿਸ਼ ਹੁੰਦੀ ਸੀ। ਮੈਲ ਲੱਗੀ ਉੱਤਰ ਗਈ ਸਾਰੀ, ਮੈਲ ਨਹੀਂ ਸੀ, ਮੈਲ ਨਹੀਂ ਸੀ, ਮੈਲ ਨਹੀਂ ਹੁੰਦੀ। ਬਸ ਉਹਨੂੰ ਜਾਂ ਆਂधी ਪਾਛੇ ਜੋ ਜਲ ਵਰਸੇ ਤੇ ਤੇਰਾ ਜਲ ਪੀਣੋ, ਉਹਦੇ ਨਾਲ ਮਨ ਭਿੱਜ ਗਿਆ। ਫੁੱਲ ਕੇ ਜਿਵੇਂ ਦਾਣਾ ਜੰਮਦਾ ਨਾ, ਸੁੱਕੀ ਧਰਤੀ ਜੰਮਦਾ ਨਹੀਂ। ਸੁੱਕੀ ਧਰਤੀ ਬੀਜ ਪਿਆ ਹੋਵੇ ਨਹੀਂ ਜੰਮਦਾ। ਸੁੱਕੇ ਕਾਸ਼ਟ ਹਰਿਆ, ਸੁੱਕੇ ਦੇ ਵਿੱਚ ਜਦ ਮੀਂਹ ਪਿਆ ਤੇ ਜੰਮਿਆ। ਬੀਜ ਵਿੱਚੇ ਪਿਆ ਹੁੰਦਾ ਧਰਤੀ ਦੇ। ਹੁਣ ਗਰਮੀ ਦੇ ਵਿੱਚ ਗਿੱਲੀ ਧਰਤੀ ਸੀ, ਸਿਆਲ ਦੇ ਮਹੀਨੇ ਵੀ, ਪਰ ਉਹ ਬੀਜ ਜਿਹੜਾ ਹੁਣ ਜੰਮਣਾ ਗਰਮੀ 'ਚ, ਉਹ ਹੁਣੇ ਜੰਮਣਾ। ਉਹਦੀ ਬਹੁਤ ਸੋਹਣੇ ਰੁੱਤੀ ਰੁੱਤ ਨਾ ਜੀ। ਹਾਂ, ਰੁੱਤੇ ਰੁੱਤ ਹੋਏ। ਰੁੱਤ ਦਾ ਮਤਲਬ ਹੈ ਜੇ ਆ ਪ੍ਰਚਾਰ ਨਾ ਹੋਵੇ ਤਾਂ ਸੰਤੋਖੀ ਆਦਮੀ ਅਗਲੇ ਜਨਮ 'ਚ ਜਾ ਕੇ ਜੰਮਦਾ, ਜਦ ਉਹਨੂੰ ਮਿਲ ਜਾਂਦਾ ਜਾਂ ਜੰਮਦਾ। ਕਬੀਰ ਵੀ ਨਹੀਂ ਸੀ ਜੰਮ ਰਿਹਾ ਜੇ ਉਹਨੂੰ ਲਿਖਤਾ ਨਾ ਮਿਲਦੀ। ਕਿਵੇਂ ਹੁੰਦਾ? ਭਗਤ ਇੱਕੋ ਦਮ ਇਕੱਠੇ ਕਿਵੇਂ ਹੋਏ? ਗੱਲ ਪ੍ਰਗਟ ਹੋ ਗਈ। ਕਬੀਰ ਕਹਿ ਰਿਹਾ, ਗੁਰਦੀਨੀ ਵਸਤ ਕਬੀਰ ਕੋ ਲੈ ਹੋ ਵਸਤ ਸੰਭਾਲ। ਕਬੀਰ ਦੀਨੀ ਸੰਸਾਰ ਕੋ, ਸਾਰੇ ਜੰਮੇ। ਇਹਨੂੰ ਕਹਿੰਦੇ ਨੇ ਰੁੱਤ। ਰੁੱਤੀ ਨੂੰ ਰੁੱਤ ਹੋਏ। ਹਰ ਨਾਮ ਨਾ ਸਿਮਰੈ ਸਾਧ ਸੰਗ, ਤੈ ਤਨ ਉੱਡੈ ਖੇ। ਇੱਕ ਮਨ ਇੱਕ ਚਿੱਤ ਹੋ ਕੇ ਜਿਨ੍ਹਾਂ ਨੇ ਹਰ ਨਾਮ ਦਾ ਸਿਮਰਨ ਨਹੀਂ ਕੀਤਾ। ਹਰ ਨਾਮ ਕੀ ਹੁੰਦਾ, ਇਹਦਾ ਸਿਮਰਨ ਕਰਨਾ। ਪਹਿਲਾਂ ਪਤਾ ਸੀ ਨਾਮ ਕੀ ਹੁੰਦਾ, ਗਰਭ ਵਿੱਚ ਪਤਾ ਸੀ ਨਾਮ ਕੀ ਹੁੰਦਾ, ਉਹਦੇ ਨਾਲ ਜੁੜਿਆ ਹੋਇਆ ਸੀ। ਜਦ ਲੱਗੀ ਹੋਈ ਸੀ ਨਾ,
ਨਾਮ ਨਾਲ ਲਿਵ ਲੱਗਦੀ ਹੁੰਦੀ ਹੈ। ਉਹ ਲਾ ਕੇ ਦਿਖਾਵੇ ਲਿਵ, ਨਾਮ ਦੇ ਬਿਨਾਂ ਲਿਵ ਲੱਗਣੀ ਹੋਣੀ। ਨਾਮ ਨਾਲ ਦੇ ਬਿਨਾਂ ਲਿਵ ਨਹੀਂ ਲੱਗ ਸਕਦੀ ਕਦੇ ਵੀ। ਉੱਥੇ ਇਹਨੂੰ ਗਿਆਨ ਸੀ ਵੀ ਇਹ ਨਾਮ ਹੈ ਗਰਭ ਚ। ਗਿਆਨ ਉਹਨੂੰ ਲੜ ਫੜਾ ਕੇ ਭੇਜਿਆ ਸੀ। ਗਿਆਨ ਕਿੱਥੇ ਸੀ? ਅੰਨੇ ਨੂੰ ਲੜ ਫੜਾ ਕੇ ਭੇਜਿਆ ਸੀ। ਹਾਂ ਉਹਨੇ ਨਾਲ ਫੜਾ ਗਿਆਨ ਨਹੀਂ ਸੀ। ਨਾਲੇ ਉਹ ਗਿਆਨ ਤਾਂ ਮਾਇਆ ਨਾਲ ਜੋੜਨ ਵਾਲਾ ਹੀ ਸੀ। ਉਹ ਤਾਂ ਉਰਤ ਤਪ ਸੀ, ਪਰ ਸੀ ਤਾਂ ਉਹੀ ਹੁਕਮ ਸੀ। ਤਾਂ ਬਿਨਾਂ ਕੰਨਾਂ ਤੇ ਸੁਣਨ ਵਾਲਾ ਉਹੀ। ਉਹਦੇ ਚ ਬਹੁਰੰਗੀ ਹੈ ਨਾ, ਹਰ ਆਪੇ ਹੀ ਇੱਕ ਰੰਗ ਹੈ, ਆਪੇ ਬਹੁਰੰਗੀ। ਸਾਰੀ ਪ੍ਰਕਾਰ ਦਾ ਗਿਆਨ ਉਹਦੇ ਵਿੱਚ ਹੀ ਹੈ। ਜੇ ਜਾਣਾ ਲੜ ਛੱਡਣ, ਅੰਨੇ ਨੂੰ ਲੜ ਫੜਾ ਕੇ ਭੇਜਦਾ ਵੀ ਲੜ ਨਹੀਂ ਛੱਡਣਾ ਤਾਂ ਉਹ ਛੁੱਟ ਗਿਆ। ਉੱਥੇ ਛੁੱਟਦਾ ਨਹੀਂ ਸੀ। ਕੰਮੇ ਹੋਰ ਲਾਤਾ ਫਿਰ ਛੁੱਟਣਾ ਤਾਂ ਸੀਗਾ ਕੀ ਜਾਂ ਕੰਮ ਹੋਰ ਲਾਤਾ ਵੀ ਲਾਇਆ ਨਹੀਂ, ਕੰਮ ਤਾਂ ਫਿਰ ਲੱਗ ਗਿਆ ਨਾ। ਕਨੈਕਸ਼ਨ ਸੀਗੇ। ਜਦ ਉਹ ਬੰਦ ਹੋ ਗਿਆ ਆਟੋਮੈਟਿਕ, ਤਾਂ ਭੁੱਖ ਤਾਂ ਲੱਗਣੀ ਸੀ। ਉਹ ਚ ਹੋ ਗਿਆ। ਇੱਕ ਵਾਰ ਤਾਂ ਛੁੱਟਣਾ ਥਾਈ, ਇੱਕ ਵਾਰ ਤਾਂ ਛੁੱਟਣਾ ਥਾਈ। ਦੁਬਾਰਾ ਹੱਥ ਕਿਵੇਂ ਆਇਆ ਨਹੀਂ ਆਇਆ, ਉਹਦਾ ਕਾਰਨ ਕੀ ਹੈ? ਦੁਬਾਰਾ ਹੱਥ ਜਿਹੜੀ ਦੁਰਮਤ, ਬੱਚੇ ਨੂੰ ਦੁਰਮਤ ਪੜਾਉਣ ਲੱਗ ਜਾਂਦੇ, ਦੁਬਾਰਾ ਹੱਥ ਫਿਰ ਨਹੀਂ ਤੇ ਦੂਰ ਲਈ ਜਾਂਦੇ ਉਹਨੂੰ। ਸਾਡਾ ਜਿਹੜਾ ਗਿਆਨ ਹੈ ਮਾਰਕੀਟ ਦੇ ਵਿੱਚ, ਉਹ ਦੁਰਮਤ ਵਾਲਾ। ਜੇ ਬੱਚੇ ਨੂੰ ਗਿਆਨ ਉਹੀ ਚੱਲੇ ਗੁਰਮਤ ਵਾਲਾ, ਫਿਰ 5-5 ਸਾਲ ਦੇ ਵੀ ਅਵਤਾਰ ਹੋ ਜਾਂਦੇ। 5-5 ਸਾਲ ਦੇ, 7-7 ਸਾਲ ਦੇ ਫਿਰ ਗੁਰੂ ਬਣ ਜਾਂਦੇ, ਫਿਰ ਭਗਤ ਬਣ ਜਾਂਦੇ ਨੇ। ਗੁਰੂ ਤਾਂ ਆਪਾਂ ਨਹੀਂ ਕਹਿ ਸਕਦੇ, ਭਗਤ ਬਣ ਜਾਂਦੇ ਨੇ। ਉਹਦੇ 'ਚ ਦੋ ਤਾਂ ਆਪਣੇ ਕੋਲ ਧਰੂ ਔਰ ਪ੍ਰਹਲਾਦ ਦੀ ਗੱਲ ਹੈ, ਫਿਰ ਹੁਣ ਆਪਣੇ 8ਵੇਂ ਪਾਤਸ਼ਾਹ ਦੀ ਵੀ ਗੱਲ ਹੈਗੀ ਹੈ, ਸਾਹਿਬਜ਼ਾਦਿਆਂ ਦੀ ਗੱਲ ਹੈ, ਸਾਹਿਬਜ਼ਾਦਿਆਂ ਦੀ ਗੱਲ। ਛੋਟੀ ਉਮਰ ਦੇ ਵਿੱਚ ਹੋ ਜਾਂਦਾ। ਛੋਟੀ ਉਮਰ ਸਮਾਂ ਛੇਤੀ ਹੋ ਜਾਂਦਾ ਗਿਆਨ, ਕਿ ਬਹੁਤਾ ਦੂਰ ਨਹੀਂ ਗਿਆ ਹੁੰਦਾ, ਨੇੜੇ ਵੀ ਮੁੜਿਆ ਹੁੰਦਾ। ਬਾਹਰ ਪੈਰ ਰੱਖਣ ਨਾਲ ਲੱਗਿਆ ਹੀ ਮੁੜਿਆ। ਇੱਕ ਪੈਰ ਬਾਹਰ ਸੀ, ਇੱਕ ਅੰਦਰੇ ਸੀ। ਜੋ ਉਹਨੇ ਨਾ ਪਿੱਛੇ ਮੁੜਿਆ, ਬਾਹਰ ਨਾ ਜਾਈ। ਚੱਲ ਹਰ ਨਾਮ ਨਾ ਸਿਮਰੈ ਸਾਧ ਸੰਗ, ਤੈ ਤਨ ਉੱਡੈ ਖੇ। ਤੈ ਤਨ ਉੱਡੈ ਖੇ। ਉਹ ਤਨ ਦੇ ਵਿੱਚ ਕੀ ਉੱਡਦੀ ਹੈ? ਤਨ ਕੀ ਹੈ? ਤਨ ਬਾਹਰਲੇ ਦੀ ਨਹੀਂ ਗੱਲ ਹੈ ਵੀ ਬਾਹਰਲੇ ਤਨ ਲਿਖੇ ਸਾਰਿਆਂ ਦੀ ਉੱਡੂਗੀ। ਬਾਹਰਲਾ ਜਿਹੜਾ ਸਰੀਰ ਹੈ ਦਿਖੇ ਸਾਰਿਆਂ ਦੀ ਉੱਡੂਗੀ। ਉਹਦੇ ਹਿਰਦੇ ਵਿੱਚ ਖੇ ਉੱਡਦੀ ਹੈ। ਅੱਖੇ ਉਡਾਉਂਦੇ ਨੇ ਸਾਰੇ ਜਿਹੜੇ ਗਿਆਨ। ਜੋ ਗਿਆਨ ਸੰਸਾਰ ਦਾ ਹੈ, ਜੋ ਬੋਲਦੇ ਆ ਨਾ ਹਵਾ, ਇਹਦੇ ਜਿਹੜਾ ਗਿਆਨ ਹੈ ਇਹ ਉੱਡਦਾ ਕੁਛ ਇਹਦੇ ਵਿੱਚ, ਉੱਡ ਕੇ ਲੋਕਾਂ ਨੂੰ ਪ੍ਰਭਾਵਿਤ ਕਰਦਾ, ਹਿਰਦਿਆਂ ਨੂੰ, ਲੋਕਾਂ ਦੇ ਨੂੰ। ਜੇ ਤਾਂ ਖੇ ਹੈ ਇਹ ਗਿਆਨ, ਮਾਇਆ ਦਾ ਗਿਆਨ, ਮਾਇਆ ਦੇ ਖੇ ਹੁੰਦੀ ਹੈ ਨਾ। ਜੇ ਤਾਂ ਮਾਇਆ ਤੱਕ ਗਿਆਨ ਹੈ, ਸਰੀਰ ਦੀਆਂ ਹੀ ਗੱਲਾਂ ਨੇ, ਸੰਸਾਰੀ ਉਹ ਗੱਲ ਹੈ, ਹਿਸਟਰੀ ਹੋਈ ਹੈ, ਇਤਿਹਾਸ ਇਹ ਹੈ, ਸਾਖੀਆਂ ਹੀ ਨੇ, ਫਿਰ ਤਾਂ ਖੇ ਹੈ। ਖੇ ਕੀ ਕਰਦੀ ਹੈ? ਅੱਖਾਂ ਘੱਟਾ ਪਾਉਂਦੀ ਹੈ ਲੋਕਾਂ ਦੇ। ਅੱਖੀਂ ਘੱਟਾ ਪਾਉਂਦਾ ਸਾਡੇ, ਸਾਡੀ ਦ੍ਰਿਸ਼ਟੀ ਕਮਜ਼ੋਰ ਹੁੰਦੀ ਹੈ। ਖੇ ਉੱਡ ਕੇ ਆਕਾਸ਼ ਦੇ ਵਿੱਚ ਹਨੇਰਾ ਵੀ ਕਰ ਦਿੰਦੀ ਹੈ। ਸਾਡੇ ਹਿਰਦੇ 'ਚ ਇਹਨੇ ਭਰਮ ਨੂੰ ਹੋਰ ਵਧਾ ਦੇਣਾ। ਉਹ ਖੇ ਕਬੀਰ ਕਹਿ ਰਿਹਾ ਨਾ, ਖੇ ਭਈ ਤੋਂ ਕਿਆ ਪਿਆ, ਇਹ ਆਪ ਖੇ ਰੂਪ ਹੋ ਗਏ, ਹੁਣ ਅਸੀਂ ਧੂੜ ਹੋ ਗਏ ਖੇ। ਜਿਹੜਾ ਗਿਆਨ ਹੈ ਮਾਇਆ ਦਾ ਖੇ ਰੂਪ ਹੈ। ਤੱਦਾ ਹੈ ਧੂੜ ਪੁਨੀਤ ਤੇਰੇ ਜਨੂਆ, ਤਨ ਤੇ ਜਹ ਰੁਚਿਆ ਮਨੂਆ। ਪੁਨੀਤ ਧੂੜ ਕੀ ਹੈ? ਗੁਰਮਤਿ ਦੀ ਜਿਹੜਾ ਗਿਆਨ ਹੈ ਇਹ ਪੁਨੀਤ ਧੂੜ ਹੈ। ਜਿਹੜਾ ਸਾਖੀਆਂ ਦਾ ਸੰਸਾਰੀ ਗਿਆਨ ਹੈ ਖੇ ਹੈ। ਮਾਇਆ ਦਾ ਗਿਆਨ ਸਾਰਾ ਖੇ ਹੈ। ਤੈ ਤਨ ਉੱਡੈ ਖੇ, ਉਹਦੇ ਹਿਰਦੇ ਵਿੱਚ ਖੇ ਉੱਡਦੀ ਹੈ, ਉਹਦੇ ਮੂੰਹ ਚੋਂ ਖੇ ਹੀ ਨਿਕਲੂ। ਉਹ ਕਹਿੰਦਾ ਖੇਡ ਆਉਂਦਾ, ਕਹਿੰਦੇ ਜੀ ਆਪਾਂ ਖੇਡ ਆਉਂਦਾ। ਕੀ ਉਡਾਉਂਦਾ? ਅੱਖੀ ਘੱਟਾ ਪਾਉਂਦਾ। ਕੀ ਪਾਉਂਦਾ? ਬੋਲ ਕੇ। ਭਰਮ ਚ ਲੋਕਾਂ ਨੂੰ ਫਸਾ ਕੇ, ਭਰਮ ਜਾਲ ਬੁਣ ਕੇ, ਭਰਮ ਜਾਲ ਚ ਫਸਾ ਕੇ
ਲੋਕਾਂ ਦਾ ਜੀਵਨ ਖਰਾਬ ਕਰਨਾ, ਕਿ ਜੰਮਦੇ ਜਾਲ 'ਚ ਫਸਾਉਣਾ, ਫਿਰਨਾ ਬਾਜਾਂ ਤੇ ਸਿੱਕਦਾਰਾਂ ਤਿੰਨਾ ਪੜਿਆ ਨੌ, ਇਹ ਖੇ ਹੈ ਉਹ ਸਾਰੇ ਖੇ ਵਾਲੇ ਨੇ। ਫਾਹੀ ਲੱਗੀ ਜਾਤ ਪਾਣ ਅੱਗੇ ਨਹੀਂ, ਇਹ ਸਾਰੇ ਖੇ ਉਡਾਉਣ ਵਾਲੇ ਨੇ। ਇਹਨਾਂ ਦੇ ਸਾਰਿਆਂ ਦੇ ਧਨ 'ਚ ਖੇ ਉੱਡਦੀ ਹੈ, ਤਾਂ ਹਿਰਦੇ 'ਚ ਖੇ ਭਰੀ ਹੋਈ ਹੈ ਇਹਨਾਂ ਦੇ। ਜਾਂ ਬੋਲਦੇ ਨੇ ਉਹ ਖੇ ਜਾਂਦੀ ਹੈ ਬਾਹਰ, ਉੱਥੇ ਪੀਤਰ ਭਰੀ ਭੰਗਾਰ ਕਹਿ ਦੋ। ਪੀਤਰ ਭਰੀ ਭੰਗਾਰ। ਜਿਨ ਕੀਤੀ ਤਿਸੇ ਨਾ ਜਾਣੇ, ਜਿਨ ਕੀਤੀ ਤਿਸੇ ਨਾ ਸਾਰੀ ਜਾਣੇ, ਸ੍ਰਿਸ਼ਟੀ ਪੈਦਾ ਕੀਤੀ ਹੈ, ਉਹਨੂੰ ਤਾਂ ਜਾਣਿਆ ਹੀ ਨਹੀਂ। ਨਾਨਕ ਫਿੱਟ ਅਲੂਣੀ ਦੇ। ਉਹ ਜਿਹਨੇ ਦੇਹੀ ਬਣਾਈ ਹੈ, ਤੇਰੀ ਇਹੀ ਦੇਹੀ ਬਣਾਈ ਹੈ, ਇਹਨੂੰ ਜਾਣੇ ਅੰਦਰ ਬੈਠਾ ਤੇਰੇ। ਜਾਣਨਾ ਸੀ ਉਹਨੂੰ, ਹੱਥ ਜੋੜਦਾ ਮੂਰਤੀ ਦੇ ਅੱਗੇ, ਹੱਥ ਜੋੜਦਾ ਸ਼ਿਵ ਜੀ ਦੇ ਅੱਗੇ, ਅਰਦਾਸ ਕਰਦਾ ਗੁਰੂਆਂ ਦੇ ਅੱਗੇ। ਜਿਸ ਕੀਤੀ ਤਿਸੇ ਨਾ ਜਾਣੇ, ਜਿਹਨੇ ਤੇਰਾ ਸਰੀਰ ਬਣਾਇਆ, ਉਹ ਜਿਹਨੇ ਤੈਨੂੰ ਇਹ ਪੈਦਾ ਕੀਤਾ, ਤੈਨੂੰ ਉਹਦਾ ਹੀ ਨਹੀਂ ਪਤਾ। ਜਿਹਨੇ ਤੈਨੂੰ ਜੋਤ ਦਿੱਤੀ ਹੈ, ਜਿਹਦੀ ਵਜ੍ਹਾ ਨਾਲ ਤੇਰੀ ਹੋਂਦ ਹੈ, ਉਹਨੂੰ ਨਹੀਂ ਪਤਾ। ਫਿੱਟ ਅਲੂਣੀ ਦੇ। ਇਹ ਅਲੂਣੀ ਦੇ ਹੈ, ਫਿੱਟ ਹੈ। ਅਲੂਣੀ ਦੇ ਕਿਵੇਂ? ਅਲੂਣੀ ਦੇ ਕਿਹਦੇ ਵਾਸਤੇ ਹੈ? ਬਾਹਰ ਵਾਲੀ ਦੇ ਅਲੂਣੀ ਨਹੀਂ, ਲੂਣ ਵਾਲੀ ਹੈ। ਇਹਦਾ ਮਤਲਬ ਦੇਹੀ ਅੰਦਰ ਵਾਲੀ ਦੀ ਗੱਲ ਹੈ। ਬਾਹਰ ਵਾਲੀ ਤਾਂ ਲੂਣ ਵਾਲੀ ਹੈ। ਬਾਹਰ ਵਾਲੀ ਲੂਣ ਵਾਲੀ ਹੈ। ਹਾਂ, ਬਾਹਰ ਵਾਲੀ ਦੇਹੀ ਤਾਂ ਲੂਣ ਵਾਲੀ ਹੈ। ਹਿਰਦਾ ਉਹਦਾ ਅੰਦਰਲੀ, ਇਹਦਾ ਦੂਜਾ ਸ਼ਬਦ ਹੋ ਗਿਆ ਵੀ ਅੰਦਰਲੀ ਦੇਹੀ ਅਲੂਣੀ ਦੇ ਹੈ। ਅਲੂਣੀ ਦੇ ਦੇਹੀ ਗੁਪਤ ਦੇਹੀ ਦੀ ਗੱਲ ਹੈ। ਉਸੇ ਨੂੰ ਦੋਸ਼ ਹੈ, ਬਾਹਰਲੀ ਦਾ ਕੀ ਹੈ ਦੋਸ਼? ਬਾਹਰਲਾ ਤਾਂ ਕੱਪੜਾ ਹੈ, ਬਾਹਰਲਾ ਤਾਂ ਕੱਪੜਾ ਹੈ। ਅਲੂਣੀ ਦੇ ਬਾਹਰ ਤਾਂ ਚੱਟ ਕੇ ਦੇਖੋ, ਉਹ ਕਹਿੰਦੀ ਤੇਰਾ ਲੂਣ। ਡਾਕਟਰ ਵੀ ਕਹਿੰਦੇ ਵੀ ਲੂਣ ਘਟ ਗਿਆ ਜਾਂ ਵੱਧ ਲੂਣ ਘਟ ਗਿਆ, ਇਹ ਤਾਂ ਲੂਣ ਵਾਲੀ ਹੈ। ਤੇ ਇਹ ਲੂਣੀ ਕਿੱਥੇ? ਇਹਦਾ ਮਤਲਬ ਅੰਦਰਲੀ ਦੇਹ ਦੀ ਗੱਲ ਜੋ ਆਪਾਂ ਲੈ ਕੇ ਚੱਲੇ, ਉਹ ਠੀਕ ਲੈ ਕੇ ਚੱਲੇ ਆ। ਕਿਤੇ ਦੂਜੀ ਦੇਹੀ ਨਾਲ ਅਰਥ ਲਾ ਲੈਣ ਲੂਣੀ ਦੇ, ਤਾਂ ਕਹਿਤਾ ਉਹਨੂੰ ਦੇਹੀ ਗੁਪਤ ਜਾਣ ਬੁੱਝ ਕੇ ਕਿਹਾ ਲੂਣੀ ਦੇ, ਤਾਂ ਕਿ ਇਹਨਾਂ ਦੇ ਕਿਤੇ ਖੋਪੜੀ ਦੇ ਵਿੱਚ ਦੂਜੀ ਦੇਹ ਜਿਹੜੀ ਫਸੀ ਹੋਈ ਹੈ ਨਾ, ਇੱਥੋਂ ਹੀ ਸ਼ਾਇਦ ਸਮਝ ਜਾਣ ਵੀ ਦੇਹੀ ਕਿਹੜੀ ਦੀ ਗੱਲ ਹੈ। ਉਸ ਤਾਂ ਕਲੀਅਰ ਕੀਤਾ, ਦੇਹੀ ਗੁਪਤ ਬਦੇਹੀ ਦੱਸਿਆ। ਇਹਨਾਂ ਨੇ ਕਿਤੇ ਇੱਕ ਵਾਰ ਲਿਖੇ ਤੇ ਮੰਨਦੇ ਨੇ, 100 ਵਾਰ ਲਿਖੇ ਤੇ ਨਹੀਂ ਮੰਨਦੇ। ਹਜ਼ਾਰ ਵਾਰ ਲਿਖੀਆਂ ਹੋਈਆਂ ਗੱਲਾਂ। ਕਰਮ ਫਿਲਾਸਫੀ ਨੂੰ, ਹੁਕਮ ਫਿਲਾਸਫੀ ਨੂੰ, ਹੁਕਮ ਨੂੰ ਕਿੰਨੀ ਵਾਰ ਲਿਖੇ? ਮੰਨ ਲਿਆ ਇਹਨਾਂ ਨੇ। ਜਨਤਾ ਅੱਗੇ ਬਸ ਕੁਛ ਨਹੀਂ, ਸਭ ਚੱਲੇ ਚਲਾਏ। ਲੱਖਾਂ ਵਾਰੀ ਇਹ ਗੱਲ ਆ ਕਿ ਮੰਨ ਲਈ ਅਸੀਂ। ਉਹ ਪੱਥਰ ਤੇ ਜੋ ਲਿਖਿਆ ਹੈ ਸਾਡੇ, ਉਹ ਨਹੀਂ ਵੜਦਾ। ਇਹਦਾ ਪੱਥਰ ਹੈ, ਪੱਥਰ ਤੇ ਲਿਖਿਆ ਹੋਇਆ, ਇਹ ਤਾਂ ਉਕਰਿਆ ਗਿਆ, ਉਕਰਿਆ ਹੋਇਆ ਪੱਥਰ ਤੇ। 1000 ਵਾਰ ਤਾਂ ਕਹਿਤਾ ਪਾਪ ਪੁੰਨ ਹਮਰੇ ਬਸਣਾ, ਇਹ ਵੀ ਕਹਿਤਾ। ਕਿੰਨੀ ਵਾਰ ਪਲਟ ਕੇ ਗੱਲ ਕਹਿਤੀ, ਮੰਨੀ ਕਿਨੇ ਹੋਈ ਹੈ? ਮਸਕੀਨ ਵਰਗੇ ਤਾਂ ਹੀ ਮੰਨੀ ਜਾਂਦੇ ਨੇ ਹੁਣ ਤੱਕ। ਉਦੋਂ ਬੜਾ ਕਿਸੇ ਨੂੰ ਮੰਨਦੇ ਨਹੀਂ ਇਹ। ਉਹ ਆ ਵਾਹਿਗੁਰੂ ਨੂੰ ਨਾ ਮੰਨੀ ਜਾਂਦਾ, ਤੇ ਪੱਲੇ ਕਿਸੇ ਦਾ ਕੀ ਹੈ? ਕੁਛ ਵੀ ਨਹੀਂ। ਗੁਰਬਾਣੀ ਤੋਂ ਕਿਸੇ ਨੇ ਨਹੀਂ ਪੁੱਛਿਆ ਵੀ ਤੂੰ ਕੀ ਕਹਿੰਦੀ ਹੈ। ਗੁਰੂ ਤੋਂ ਨਹੀਂ ਪੁੱਛਿਆ ਵੀ ਤੂੰ ਕੀ ਕਹਿੰਦੀ। ਗੁਰਬਾਣੀ ਨੂੰ ਪੜਿਆ, ਗੁਰਬਾਣੀ ਤੋਂ ਨਹੀਂ ਪੜਿਆ। ਗੁਰਬਾਣੀ ਤੋਂ ਪੜ੍ਹਦੇ ਗੁਰੂ ਜ਼ਿਆਦਾ। ਅਸੀਂ ਕਹਿੰਦੇ ਵੀ ਸਾਡਾ ਗੁਰੂ ਹੈ, ਬਾਣੀ ਗੁਰੂ ਹੈ। ਇਹ ਤੋਂ ਪੜੋ, ਇਹ ਤੋਂ ਪੁੱਛੋ। ਪੁੱਛਦੇ ਕੀ ਹੈ? ਜੋ ਆਲਰੇਡੀ ਗ੍ਰੰਥਾਂ 'ਚ ਸਾਡੇ ਦਿਮਾਗ 'ਚ ਫਸਿਆ ਹੈ, ਸੱਚ ਉਹਨੂੰ ਮੰਨੀ ਬੈਠੇ ਆ, ਇਹਨੂੰ ਵਿੱਚ ਨਾਲ ਉਹੀ ਲਈ ਫਿਰਦੇ। ਸਿਲ ਜੋਗ ਉੱਥੇ ਸਿਲ ਜੋਗ ਅਲੂਣੀ ਚੱਟੀ ਹੈ। ਸਿਲ ਜੋਗ ਉੱਥੇ ਕਿਸ ਤਰ੍ਹਾਂ? ਸਿਲ ਜਿਹੜੀ ਹੁੰਦੀ ਹੈ ਪੱਥਰ ਹੁੰਦਾ, ਲੂਣ ਵੀ ਪੱਥਰ ਹੁੰਦਾ। ਉਸ ਵੇਲੇ ਲੂਣ ਸਮੁੰਦਰ 'ਚੋਂ ਨਹੀਂ ਸੀ ਕੱਢਦੇ ਹੁੰਦੇ। ਲੂਣ ਦੇ ਡਲੇ ਹੁੰਦੇ ਨੇ, ਹੁਣ ਵੀ ਨੇ ਪਾਕਿਸਤਾਨ। ਜੋਗ ਤਾਂ ਐ ਸਮਝ ਲਓ ਜਿਵੇਂ ਪੱਥਰ ਹੁੰਦਾ ਨਾ, ਪੱਥਰ ਐਸੇ ਵੀ ਨੇ ਜੀ ਥੋੜਾ ਬਹੁਤਾ ਲੂਣ ਹੁੰਦਾ। ਜਿਵੇਂ ਕੋਲਾ ਹੁੰਦਾ, ਪੱਥਰ ਹੁੰਦਾ, ਕੋਲੇ 'ਚ ਵੀ ਪੱਥਰ ਹੁੰਦਾ। ਜੋਗ ਤਾਂ ਐਸੀ ਸਿਰ ਚਟਣੀ ਹੈ ਜਿਹ 'ਚ ਲੂਣ ਦਾ ਵੀ ਸਵਾਦ ਹੈ ਨਹੀਂ। ਕਿਵੇਂ ਚੱਟ ਲੂਗਾ ਲੂਣੀ ਸਿਰ? ਕੋਈ ਚੱਟ ਲੂਗਾ?
ਲੂਣ ਨੂੰ ਲੰਗਰ ਚੱਟ ਲੈਂਦੇ ਨੇ, ਲੂਣ ਰੱਖਿਆ ਹੁੰਦਾ ਅੱਗੇ ਵਗਾਂ ਦੇ ਵਿੱਚ ਰੱਖਿਆ ਹੁੰਦਾ ਸੀ, ਰੱਖਦੇ ਹੁਣ ਵੀ ਖੁੱਲੀਆਂ 'ਚ ਰੱਖਦੇ ਆ। ਹੁਣ ਕੁੜੀਆਂ 'ਚ ਰੱਖ ਲੈਂਦੇ ਨੇ ਲੰਗਰ ਚੱਟਦੇ ਨੇ, ਟੇਸਟ ਹੈ ਕੋਈ, ਰਸ ਹੈ ਕੋਈ, ਜੋਗ ਦੇ ਵਿੱਚ ਰਸੇ ਕੋਈ ਨਹੀਂ ਹੈ। ਚਿੱਟੀ ਚਿੱਟੀ ਹੈ ਜਿਨ੍ਹਾਂ ਨੇ ਸ੍ਰੀ ਚੰਦ ਦੀ ਗੱਲ ਹੈ, ਲੂਣੀ ਸਿਰ ਚੜਦਾ ਉੱਥੇ ਰਸੇ ਕੋਈ ਨਹੀਂ। ਨਾਮ ਇੱਥੇ ਇਹਦੇ ਚ ਨਾਮ ਦਾ ਰਸ ਹੈ, ਨਾਨਕ ਨੇ ਤਾਂ ਨਾਮ ਦਾ ਰਸ ਦਿੱਤਾ ਸੀ, ਉਹ ਜੋ ਲੂਣੀ ਸਿਰ ਚਿੱਟੀ ਜਾਂਦਾ। ਮਾਇਆ ਦਾ ਵੀ ਗਿਆਨ ਨਹੀਂ ਹੈ ਉਹ 'ਚ। ਖਾਣਾ ਖਿਚੜੀ ਜਾਵਾਂ ਅੰਮ੍ਰਿਤ ਲੂਣ, ਹਾਂ ਜੇ ਮਾੜਾ ਮੋਟਾ ਅੰਮ੍ਰਿਤ ਲੂਣ ਦਾ ਹੋਵੇ ਆ ਕੁਛ ਤਾਂ ਹੈ ਥੋੜਾ ਉਹਦਾ ਨਾਮ ਦਾ ਤਾਂ ਨਹੀਂ ਉਹ 'ਚ ਗਿਆਨ, ਮਾਇਆ ਦਾ ਵੀ ਗਿਆਨ ਨਹੀਂ ਹੈ ਨਾ। ਜੋਗ 'ਚ ਕੁਝ ਵੀ ਨਹੀਂ ਹੈ ਉਹਦੇ ਚ, ਕੁਝ ਵੀ ਨਹੀਂ ਹੈ ਉਹ 'ਚ। ਉਹ ਤਾਂ ਹੀ ਕੱਖ ਨਹੀਂ, ਉਹ ਬੁੱਝ ਬਣਾਉਣਾ ਜਿਵੇਂ, ਉਹੀ ਗ੍ਰੰਥ। ਹਾਂ ਬੁੱਧੀ ਤੋਂ ਬੁੱਧੀਹੀਨ, ਹਾਂ ਬੁੱਧੀਹੀਨ ਬਣਾਉਣਾ ਉਹ ਬੁੱਝ। ਕਹਿੰਦੇ ਨੇ ਬੁੱਧੀ ਤੋਂ ਕੰਮ ਨਹੀਂ ਲੈਣਾ, ਬੁੱਧੀ ਤੋਂ ਕੰਮ, ਇਹਦਾ ਮਤਲਬ ਜੋ ਸੋਚਣਾ ਛੱਡਣਾ, ਬੁੱਧੀ ਨੂੰ ਨਿਸ਼ਕਰੀ ਕਰਨਾ। ਨਿਸ਼ਕਰੀ ਕਿਵੇਂ ਹੋ ਜੂਗੀ ਬੁੱਧੀ? ਹੋ ਹੀ ਨਹੀਂ ਸਕਦੀ। ਮਰ ਕੇ ਹੋ ਸਕਦੀ ਹੈ, ਡੈਡ ਹੋ ਗਿਆ, ਬੇਹੋਸ਼ ਹੋ ਕੇ, ਨਹੀਂ ਹੋ ਹੀ ਨਹੀਂ ਸਕਦੀ। ਸਭ ਤੋਂ ਘਟੀਆ ਧਰਮ ਦਾ ਰਸਤਾ ਹੈ। ਹਾਂ ਇਹ ਜਿਹੜੀ ਸਮਾਧੀ ਹੈ ਸਭ ਤੋਂ ਘਟੀਆ, ਔਰ ਸਭ ਤੋਂ ਘਟੀਆ ਉਹਨਾਂ ਨੇ ਬੰਦੇ ਪੈਦਾ ਕੀਤੇ। ਮਨ ਨੂੰ ਰੋਕਿਆ ਜਾ ਸਕਦਾ ਗਿਆਨ ਨਾਲ, ਜੇ ਮਨ ਨੂੰ ਤੁਸੀਂ ਰੋਕਣਾ ਹੈ ਤਾਂ ਗਿਆਨ ਨਾਲ ਰੋਕੋ। ਗਿਆਨ ਦਾ ਬੰਦਾ ਬਣ ਰਿਹਾ, ਉਹ ਬੈਠੇ ਨੇ ਮਨ ਕਰੇ ਤੁਰਿਆ ਫਿਰਦਾ। ਸ਼ਲੋਕ ਮਹੱਲਾ ਪੰਜਵਾਂ। ਘਟ ਵਸੈ ਚਰਨਾਰ ਬਿੰਦ, ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਐ, ਤਿਸ ਦੇਹੀ ਕੋ ਪਾਲ। ਘਟ ਬਸੇ ਚਰਨਾਰ ਬਿੰਦ, ਚਰਨਾਰ ਬਿੰਦ, ਰਸਨਾ ਜਪੈ ਗੋਪਾਲ। ਹਿਰਦੇ 'ਚ ਕੌਣ ਬਾਤ ਹੈ? ਜਿਹੜਾ ਚਰਨਾਂ ਦੇ ਨਾਲ ਜੁੜਿਆ ਹੈ। ਚਰਨਾਰ ਬਿੰਦ, ਚਰਨ ਕੀ ਨੇ? ਗੁਰ ਕੇ ਚਰਨ, ਗੁਣਾਂ ਨਾਲ। ਚਰਨ ਗੁਣ ਹੁੰਦੇ ਨੇ, ਗੁਣਾਂ 'ਚੋਂ ਗਿਆਨ ਪ੍ਰਾਪਤ ਹੁੰਦਾ। ਗੁਣ ਇੱਕ ਨਹੀਂ, ਸਭ ਗੁਣ ਤੇਰੇ, ਤੇਰੇ ਗੁਣ ਬੇਅੰਤ, ਗੁਣ ਬੇਅੰਤ ਨੇ। ਜੇ ਸਮਝਿਆ ਨਹੀਂ, ਤੂੰ ਗੁਣਾਂ ਦਾ ਸਾਗਰ ਹੈ, ਗੁਣ ਫਿਰ ਇੱਕ ਤਾਂ ਨਾ ਹੋਇਆ, ਭਾਵੇਂ ਔਗਣ ਵੀ ਇੱਕ ਨਹੀਂ, ਕਿਉਂਕਿ ਗੁਣੇ ਪਲਟ ਕੇ ਔਗਣ ਬਣੇ ਨੇ ਨਾ। ਬੜਾ ਆਪਾਂ ਲਾਹਣ ਦੀ ਗੱਲ ਕਰਦੇ ਸੀ, ਲਾਹਣ 'ਚ ਕੀ ਹੋਇਆ? ਜਦ ਮਾਇਆ ਦਾ ਜਾਗ ਲਾਤਾ ਨਾ ਇਹਨੂੰ, ਤਾਂ ਜਿਹੜੇ ਗੁਣ ਹੁੰਦੇ ਨੇ ਔਗਣ ਬਣ ਜਾਂਦੇ। ਦੁੱਧ ਇਕੱਠਾ ਕਰਦਾ, ਮਾਇਆ ਦਾ ਜਾਗ ਲੱਗ ਗਿਆ ਨਾ, ਰਾਸ ਕਾਸ ਚ ਬਦਲ ਜਾਂਦਾ। ਜਿਹੜੇ ਗੁਣ ਸੀ ਔਗਣ ਬਣ ਗਏ। ਦੁੱਧ ਵੈਸੇ ਮਿੱਠਾ ਹੁੰਦਾ ਜਾਂ ਕੱਚਾ ਪੀਏ, ਪਰ ਜਾਗ ਲਾ ਕੇ ਖੱਟਾ ਹੋ ਜਾਂਦਾ। ਜੇ ਵਿਗੜ ਜਾਵੇ ਵੈਸੇ ਜਾਗ ਤੇ ਬਿਨਾਂ, ਤਾਂ ਜਾਗਦਾ ਤਾਂ ਕੁਝ ਵੀ ਫੇਰ ਬਣ ਜਾਂਦਾ, ਵਿਗੜ ਵੀ ਜਾਂਦਾ ਵੈਸੇ, ਉਹਦਾ ਕੱਖ ਵੀ ਨਹੀਂ ਬਣਦਾ। ਇਹ ਚਰਨਾਰ ਬੰਦੇ, ਇਹ ਜਿਹੜਾ ਅੰਦਰਲਾ ਹੈ, ਉਹਦੇ ਗੁਣ ਵਿਗੜੇ ਨਹੀਂ, ਮਨ ਵਾਲੇ ਗੁਣ ਵਿਗੜੇ। ਮਨ ਦੇ ਜਿਹੜੇ ਗੁਣ ਸੀ ਨਾ, ਇਹ ਵਿਗੜੇ ਨੇ, ਅੰਦਰ ਵਾਲੇ ਦੇ ਗੁਣ ਜਿਉਂਦੇ ਤੇ ਹੁੰਦੇ, ਕਿਉਂਕਿ ਉਹ ਬਾਹਰ ਨਹੀਂ ਨਾ ਨਿਕਲਿਆ, ਇਹਵਾ ਘਰ ਚੋਂ ਬਾਹਰ ਨਹੀਂ ਨਿਕਲਿਆ, ਇਹਵਾ ਘਰ ਚੋਂ ਬਾਹਰ ਨਿਕਲ ਗਿਆ। ਗਾਲੀ ਹਵਾ ਨਹੀਂ ਲੱਗੀ ਉਹਨੂੰ, ਉਹ ਬਾਲੀ ਹਵਾ ਚਾਹੁੰਦਾ ਨਹੀਂ, ਉਹਨੂੰ ਪਤਾ ਬਾਲੀ ਹਵਾ ਜਿਹੜਾ ਚੀਜ਼ ਆਪਾਂ ਫਰਿੱਜ ਚੋਂ ਬਾਹਰ ਕੱਢ ਕੇ ਰੱਖਤੀ, ਉਹ ਤਾਂ ਭਾਈ ਵਿਗੜਨੀ ਹੋਈ, ਉਹਦਾ ਵਿਗੜਨੀ ਹੋਈ। ਜਿੰਨਾ ਕੁ ਦੁੱਧ ਅੰਦਰ ਪਿਆ ਉਹ ਠੀਕ ਹੈ, ਜਿਹੜਾ ਬਾਹਰ ਰੱਖਦਾ ਵਿਗੜ ਗਿਆ। ਘਟ ਵਸੇ ਚਰਨਾਰ ਬਿੰਦ, ਅੰਦਰ ਘਟ ਦੇ ਵਿੱਚ ਚਰਨਾਰ ਬਿੰਦ ਹੀ ਵਸਦਾ ਹੈ, ਉਹਦੇ ਕੋਲ ਠੀਕ ਨੇ, ਹਵਾ ਘਰ ਆ ਉਹ ਹਵਾ ਘਰ ਹੈ। ਰਸਨਾ ਜਪੈ ਗੋਪਾਲ, ਰਸਨਾ ਜਪੈ ਗੋਪਾਲ। ਹੁਣ ਹਿਰਦੇ ਵਿੱਚ ਜਿਹੜਾ ਗੁਰਮੁਖ ਹੈ ਉਹ ਬੋਲਦਾ, ਗੁਰਮੁਖੀ ਬੁੱਧੀ ਬੋਲਦੀ ਹੈ। ਹੁਣ ਕਹਿੰਦੇ ਹਿਰਦੇ ਵਿੱਚ ਤਾਂ ਚਰਨਾਰ ਬਿੰਦ ਹੈ, ਉਹ ਤਾਂ ਹੈ, ਉਹ ਹੈ। ਪਹਿਲਾਂ ਤਾਂ ਪਤਾ ਹੀ ਨਹੀਂ ਸੀ ਵੀ ਹਿਰਦੇ 'ਚ ਕੌਣ ਵੱਸਦਾ, ਉਹਨੂੰ ਪਤਾ ਲੱਗਦਾ ਨਾ। ਕਹਿੰਦੇ ਹਿਰਦੇ ਚਰਨਾਰ ਬਿੰਦ ਵੱਸਦਾ, ਜਿਹੜਾ ਪਹਿਲਾਂ ਤੇ ਵੱਸਦਾ ਹੀ ਰਿਹਾ, ਉਹ ਤਾਂ ਹਿੱਲੇ ਹੀ ਨਹੀਂ ਉੱਥੋਂ। ਰਸਨਾ ਜਪੈ ਗੋਪਾਲ, ਔਰ ਰਸਨਾ ਦੇ ਨਾਲ ਉਹ ਗੋਪਾਲ ਜਪਦਾ। ਰਸਨਾ ਦਾ ਕੀ ਮਤਲਬ ਹੈ? ਰਸਨਾ ਜੀਵ ਨਹੀਂ ਹੁੰਦੀ, ਉਹਦੇ ਜੀਵ ਹੈ ਹੀ ਨਹੀਂ ਅੰਦਰਲੇ ਤੇ। ਜਪਦਾ ਤਾਂ ਉਹ ਅੰਦਰਲਾ,
ਰਸ ਆਉਂਦਾ ਹੈ ਜਪਣ ਨਾਲ, ਜਿਹਨੂੰ ਸਮਝਣ ਨਾਲ ਰਸ ਆਵੇ। ਜਦੋਂ ਜਿਹੜੀ ਚੀਜ਼ ਸਮਝਦੇ ਰਸ ਆਵੇ, ਜਪਣ ਨਾਲ ਰਸ ਆਵੇ, ਉਹ ਰਸਨਾ ਜਪੇ। ਜਿੰਨਾ ਜਿੰਨਾ ਜਪਦੇ ਹੋ ਤੇ ਉਹ ਰਸ ਆਈ ਜਾ, ਜਿੰਨੀ ਜਿੰਨੀ ਸਮਝ ਆਉਂਦੀ ਹੈ ਨਾਲ ਰਸ ਆਉਂਦਾ। ਬਸ ਉਸ ਰਸ ਦੇ ਲਾਲਚ ਨੂੰ ਇਹ ਕਹਾ ਜਪਦਾ। ਰਸ ਆਉਂਦਾ, ਜੇ ਰਸ ਨਾ ਆਵੇ ਜਪ ਨਹੀਂ ਹੁੰਦਾ। ਬੱਚਾ ਦੁੱਧ ਚੁੰਗਦਾ, ਜਿੰਨਾ ਚਿਰ ਕੁਛ ਆਉਂਦਾ ਚੁੰਗਦਾ, ਜਾਂ ਆਉਂਦਾ ਨਹੀਂ ਕੋਈ ਚੁੰਗਣ ਦੇ ਹਟ ਜਾਂਦਾ। ਫਿਰ ਛੱਡ ਕੇ ਦੂਆ ਕੁਛ ਫੜਦਾ, ਦੂਆ ਥਾਲ ਫੜਦਾ। ਕੀ ਹੈ, ਜਿਵੇਂ ਬੱਚੇ ਨਹੀਂ ਦੇਖਿਆ ਉਹਨਾਂ ਦੇ ਪੰਜਾਂ ਗਾਇਆਂ ਦੇ, ਜਿਹੜੇ ਥਾਲੇ ਦੁੱਧ ਮੁੱਕ ਜਾਂਦਾ ਬਦਲ ਜਿਹਨੂੰ ਭਾਲਦਾ ਦੂਜਾ ਪੜਦਾ। ਪਰ ਇਹਦਾ ਮੁੱਕਦਾ ਨਹੀਂ ਹੈ, ਹੋਰ ਤਾਂ ਗਿਆਨ ਮੁੱਕ ਜਾਂਦੇ ਨੇ, ਪਰ ਇਹਦਾ ਤਾਂ ਮੁੱਕਦਾ ਹੀ ਨਹੀਂ। ਜਿੰਨਾ ਮਰਜ਼ੀ ਰਸ ਲਈ ਜਾਓ, ਮੁੱਕਦਾ ਹੈ ਨਹੀਂ। ਇਹ ਮੁੱਕਣ ਵਾਲਾ ਨਹੀਂ, ਸਗੋਂ ਵਧਣ ਵਾਲਾ। ਇਹ ਖਜ਼ਾਨਾ ਮੁੱਕਣ ਵਾਲਾ ਹੈ ਨਹੀਂ। ਇਸ ਕਰਕੇ ਜਿਹੜਾ ਇਹਦਾ ਕਨੈਕਸ਼ਨ ਟੁੱਟਣ ਦਾ ਸਵਾਲ ਤਾਂ ਨਹੀਂ ਪੈਦਾ ਹੁੰਦਾ, ਗਾਹਾਂ ਤੇ ਮੁੱਕਦਾ ਨਹੀਂ ਰਸ। ਜੇ ਰਸ ਨਹੀਂ ਆਉਂਦਾ ਤਾਂ ਇਹਦੇ ਨਾਲ ਜੁੜਿਆ ਨਹੀਂ ਜਾ ਸਕਦਾ। ਅੱਜ ਗੁਰਬਾਣੀ ਨਾਲ ਨਾ ਜੁੜਨ ਦਾ ਕਾਰਨ ਹੈ ਜੋ ਰਸ ਪ੍ਰਾਪਤ ਹੋ ਰਿਹਾ ਸਾਨੂੰ। ਰਸ ਕੀ ਹੈ? ਰਸ ਇਹਦੇ ਸਹੀ ਅਰਥ ਨੇ, ਉਹ ਰਸ ਹੈ। ਔਰ ਅਰਥ ਵੀ ਆ ਜਾਣ, ਰਸ ਫੇਰ ਵੀ ਨਹੀਂ ਬਣਦਾ ਉਹਨਾਂ ਦਾ। ਠੀਕ, ਅਰਥ ਵੀ ਸੁਣ ਲਈਏ, ਰਸ ਕਿਉਂ ਨਹੀਂ ਬਣਦਾ? ਮੰਨੇ ਮਨ ਨਹੀਂ ਮੰਨੇ। ਜੇ ਸੱਚ ਮਨ ਨੂੰ ਕੌੜਾ ਲੱਗ ਗਿਆ, ਰਸ ਥੋੜੀ ਆ। ਉਹ ਕਿੰਨੀਆਂ ਗੁਰਬਾਣੀ ਚੋਂ ਜਿੱਦਣ ਗੱਲਾਂ ਇਹਨੇ ਮਿੱਠਾ ਲੱਗਣਾ ਤਾਂ ਰਸ ਬਣਨਾ। ਜਿੰਨਾ ਚਿਰ ਕੌੜਾ ਲੱਗਦਾ ਇਹਨੇ ਰਸ ਨਹੀਂ ਬਣਨਾ। ਤਬਦੀਲੀ ਆਣੀ ਨਹੀਂ ਜਦ ਤੱਕ। ਸਾਨੂੰ ਬਿਮਾਰੀ ਹੈ ਜਿਹੜੀ ਨਾ, ਉਹ ਬਿਮਾਰੀ ਅੰਦਰ ਹੈ। ਬਿਮਾਰੀ ਨੇ ਸਾਡੇ ਮੂੰਹ ਦਾ ਟੇਸਟ ਖਰਾਬ ਕੀਤਾ ਹੋਇਆ। ਕੋਈ ਬਿਮਾਰੀ ਹੈ ਅੰਦਰ। ਉਹ ਬਿਮਾਰੀ ਕੀ ਹੈ? ਹਉਮੈ ਦੀ ਰੋਗ ਹੈ। ਜਿੰਨਾ ਚਿਰ ਹਉਮੈ ਵਾਲਾ ਰੋਗ ਹੈਗਾ, ਉਨਾ ਚਿਰ ਜੋ ਰਸ ਆਉਣਾ ਹੀ ਨਹੀਂ, ਚਾਹੇ ਸੁਣੀ ਵੀ ਜਾਵੇ, ਜਿੰਨਾ ਮਰਜ਼ੀ ਸੁਣ ਲਵੇ। ਕਿਉਂਕਿ ਨਾਮ ਨਾਲ ਵਿਰੋਧ ਹੈ ਹਉਮੈ। ਉਹਦੇ ਮੂੰਹ ਦਾ ਟੇਸਟ ਨਹੀਂ ਹੈ। ਉਹਨੂੰ ਵਿਰੋਧੀ ਟੇਸਟ ਆਉਂਦਾ, ਉਹਨੂੰ ਕੌੜਾ ਲੱਗਦਾ। ਅੰਮ੍ਰਿਤ ਕੌੜਾ, ਦੇਖਿਆ ਮਿੱਠੀ। ਸਾਖਤ ਕੀ ਵਿਧ, ਸਾਖਤ ਵਾਸਤੇ, ਹੰਕਾਰੀ ਵਾਸਤੇ। ਰਸ ਨਹੀਂ ਬਣਨਾ। ਜਦ ਰਸ ਬਣ ਗਿਆ, ਉਹਦਾ ਹੁਣ ਹੰਕਾਰ ਛੱਡਿਆ ਹੋਇਆ। ਜਿਹਦੀ ਇਹ ਗੱਲ ਹੈ, ਜਿਹਦੀ ਇਹ ਗੱਲ ਹੈ, ਉਸ ਵੇਲੇ ਅਵਸਥਾ 'ਚ ਹੰਕਾਰ ਹੈ ਨਹੀਂ। ਰਸ ਸਾਰਿਆਂ ਨੂੰ ਨਹੀਂ ਆਉਂਦਾ। ਆਪਾਂ ਤਾਂ ਚਲੋ ਵਿਆਖਿਆ ਕੀ ਕਰਨੀ ਹੈ ਭਲਾ, ਇੰਨੀ ਬੁੱਧੀ। ਪਰ ਜਿਹਨਾਂ ਨੇ ਲਿਖੀ ਹੈ ਉਹਨਾਂ ਨੇ ਜਾਂ ਵਿਆਖਿਆ ਕੀਤੀ ਹੈ, ਜਦ ਕਿਹੜਾ ਰਸ ਆ ਗਿਆ ਸਾਰਿਆਂ ਨੂੰ? ਜਦ ਕੰਨਿਆ ਗੁਰੂ ਰਸ ਆ ਗਿਆ, ਜਦ ਕੰਨੇ ਕਿਸੇ ਖਬਣ ਗਏ। ਆਪਣੀ ਤਾਂ ਗੱਲ ਛੱਡੋ, ਉਹਨਾਂ ਨੂੰ ਤਾਂ ਉਦੋਂ ਤੋਂ ਉੱਤੇ ਕੁਝ ਹੋ ਨਹੀਂ ਸਕਦਾ ਸੀ। ਜਿਹਨਾਂ ਨੇ ਖੁਦ ਬਾਣੀ ਪ੍ਰਗਟ ਕੀਤੀ, ਲਿਖੀ ਹੈ, ਉਹ ਆਪੇ ਵਿਆਖਿਆ ਕੀਤੀ, ਆਪੇ ਵਿਆਖਿਆ ਕਰਦੇ ਤੇ ਆਪੇ ਸਮਝਾਉਂਦੇ ਤੇ। ਉਦੋਂ ਕੀ ਹੋਇਆ ਸੀ? ਅੱਜ ਅਸੀਂ ਸੋਚਦੇ ਸੀ ਸਾਰਿਆਂ ਨੂੰ ਸਿੱਖ ਬਣਾ ਦਾਂਗੇ, ਆਪੇ ਬਣ ਜਾਓ, ਇੰਨਾ ਹੀ ਬਹੁਤ ਹੈ। ਸਿੱਖ ਤਾਂ ਇੱਕ ਬਥੇਰਾ ਹੁੰਦਾ। ਕਬੀਰ ਕੱਲਾ ਬਣਿਆ ਸਿੱਖ, ਬਵੰਡਰ ਖੜਾ ਕਰਤਾ। ਵਕਤ ਪਾਤਾ, ਵਕਤ ਸਾਰਿਆਂ ਨੂੰ। ਰਵਿਦਾਸ ਨੇ ਵਕਤ ਪਾਤਾ ਸਾਰੀ ਕਾਸ਼ੀ ਨੂੰ। ਜੁਗ ਪੁਰਸ਼ ਤਾਂ ਇੱਕ ਅੱਧਾ ਹੀ ਹੁੰਦਾ, ਸਾਰੇ ਕੋਈ ਹੁੰਦਾ, ਸਾਰੇ ਹੁੰਦੇ ਨੇ। ਨਹੀਂ, ਮਨ ਨੂੰ ਹੁਣ ਇਹ ਚੀਜ਼ ਸੁਣਦਾ ਵੀ ਹੈ, ਵਧੀਆ ਵੀ ਲੱਗਦੀ ਹੈ, ਠੀਕ ਵੀ ਲੱਗਦੀ ਹੈ, ਮਨ ਦਾ ਫੇਰ ਨਹੀਂ ਹੈਗਾ। ਸਾਰਿਆਂ ਨੂੰ ਥੋੜੀ ਲੱਗਦੀ ਹੈ। ਚਲੋ ਜਿੰਨਿਆਂ ਨੂੰ ਲੱਗਦੀ ਹੈ, ਚਲੋ ਆਪਣੇ ਤੇ ਲਾ ਲੈਂਦੇ ਆਪਾਂ। ਇਹੀ ਤਾਂ ਪ੍ਰੋਬਲਮ ਹੈ। ਮਨ ਦਾ ਫੇਰ ਨਹੀਂ ਹੈਗਾ ਜੀ। ਫੇਰ ਵੀ ਇਹਨੂੰ ਉਹ ਕੰਮ ਠੀਕ ਲੱਗਦਾ। ਯਾਨੀ ਠੀਕ ਤਾਂ ਲੱਗਦੇ ਨੇ ਕਿਤੇ ਨਾ ਕਿਤੇ। ਅਸੀਂ ਇਹ ਜੋ ਹਉਮੈ ਨੂੰ ਬੁਝਿਆ ਨਹੀਂ ਹੋਇਆ, ਬੁਝਿਆ ਨਹੀਂ ਹੋਇਆ। ਜਿਹੜੀ ਬਿਮਾਰੀ ਹੈ ਉਹ ਨਹੀਂ ਬੁਝੀ, ਜਿਹੜੀ ਨਾਮ ਦਾ ਵਿਰੋਧ ਕਰ ਰਹੀ ਹੈ ਮੰਨਣ ਤੋਂ। ਬਿਮਾਰੀ ਹਉਮੈ ਨਹੀਂ ਬੁਝੀ, ਹਉਮੈ ਦੀਰਘ ਰੋਗ ਹੈ। ਇਹ ਰੋਗ ਨਹੀਂ ਬੁਝਿਆ। ਕਿਉਂ ਨਹੀਂ ਬੁਝਿਆ?
ਪਤਾ ਤਾਂ ਲੱਗ ਰਿਹਾ ਵੀ ਇਹ ਜਿਹੜੀ ਚੀਜ਼ ਹੈ ਵੀ ਆਹ ਗੱਲ ਸਿੱਖਿਆ ਦੇ ਰਹੀ ਹੈ। ਨਹੀਂ ਸਿੱਖਿਆ ਤਾਂ ਦੇ ਰਹੀ ਹੈ। ਆ ਜੋ ਜਿਹੜਾ ਠੀਕ ਵੀ ਲੱਗਦੀ ਵੀ ਸਿੱਖਿਆ ਨਹੀਂ, ਠੀਕ ਹੈ ਇਹ। ਨਹੀਂ ਨਹੀਂ ਸੰਸਾਰੀ ਲਾਭ ਔਰ ਨਿਰਾਕਾਰੀ ਲਾਭ ਦਾ ਜੋ ਸਾਨੂੰ ਕਦਰ ਨਹੀਂ ਹੈ। ਹਾਂ ਉਸ ਕਦਰ ਦਾ ਉਹ ਨਿਰਾਕਾਰੀ ਲਾਭ ਦਾ ਕੀ ਉਹ? ਨਿਰਾਕਾਰੀ ਲਾਭ ਤੇ ਜੋ ਭਰੋਸਾ ਨਹੀਂ ਹੈ। ਮੈਨੂੰ ਵੀ ਮਿਲ ਜੂਗਾ ਨਿਰਾਕਾਰੀ ਲਾਭ, ਇਸ ਗੱਲ ਤੇ ਸ਼ੰਕਾ ਹੈ ਜੀ। ਮੇਰੀ ਵੀ ਉਹ ਅਵਸਥਾ ਹੋ ਜੂਗੀ, ਇਸ ਗੱਲ ਤੇ ਸ਼ੰਕਾ ਹੈ ਜੀ। ਹੋਰ ਕੁਝ ਨਹੀਂ ਹੈ। ਜਦੋਂ ਉਹਨੂੰ ਇਹ ਲੱਗਾ ਮੈਂ ਵੀ ਇੱਕ ਹੋ ਸਕਦਾ, ਉੱਥੇ ਪਹੁੰਚ ਸਕਦਾ, ਉੱਧਰ ਛੱਡ ਦੂੰਗਾ, ਇਸ ਗੱਲ ਤੇ ਸ਼ੰਕਾ। ਪੂਰਾ ਭਰੋਸਾ ਨਹੀਂ। ਉਹ ਅਵਸਥਾ ਜਿਹੜੀ ਹੈਗੀ ਹੈ ਮੇਰੀ ਵੀ ਬਣ ਸਕਦੀ ਹੈ, ਇਸ ਗੱਲ ਤੇ ਨੂੰ ਆਪਣੇ ਤੇ ਹੀ ਸ਼ੰਕਾ ਉਹ ਅੰਦਰਲੀ ਮੀਰੀ ਨੂੰ ਹਜੇ ਬਣਦਾ ਨਹੀਂ, ਅੰਦਰਲੀ ਵੀ ਮੀਰੀ ਹੁੰਦੀ ਹੈ। ਹੁੰਦੀ ਨਾ ਬੰਦਾ ਹੈ। ਹਾਂ। ਮੈਂ ਨਹੀਂ ਹੋ ਸਕਦਾ। ਹਾਂ ਮੈਂ ਇਹ ਪੰਡ ਮੇਤੋਂ ਭਾਰੀ ਹੈ, ਮੇਤੇ ਨਹੀਂ ਚੱਕੋ। ਹਾਂ ਇਹ ਮੇਤੋਂ ਨਹੀਂ ਹੋਣੀ। ਨਹੀਂ ਅੰਦਰਲੀ ਮੀਰੀ ਚੈੱਕ ਨਹੀਂ ਨਾ ਕੱਟ, ਅੰਦਰਲੀ ਨਹੀਂ, ਮੀਰੀ ਨਹੀਂ। ਦੇ ਪਤਾ ਨਹੀਂ ਵੀ ਕਿਵੇਂ ਚੈੱਕ ਸਭ ਪਾਸ ਪਤਾ ਇਹ ਹੁੰਦਾ। ਆਪਾਂ ਕਹਿ ਦਿੰਦੇ ਆ ਵੀ ਬਾਦਸ਼ਾਹ ਬੰਦਾ, ਦਿਲ ਦਾ ਬਾਦਸ਼ਾਹ। ਹਾਂ ਦਿਲ ਦਾ ਬਾਦਸ਼ਾਹ, ਦਿਲ ਦਾ ਮੀਰ। ਆਹ ਡਿਫਰੈਂਸ ਹੈਗਾ ਵੀ ਮੇਤੋਂ ਨਹੀਂ ਹੋਣੀ। ਹਾਂ ਬਸ ਨਾ ਵੀ ਮੈਨੂੰ ਨਹੀਂ ਮਿਲਣਾ, ਸ਼ਾਇਦ ਮੇਰੇ 'ਚ ਕਮਜ਼ੋਰੀ ਹੈ, ਉਹੀ ਲੱਗੀ ਜਾਂਦਾ ਹੈ। ਪਰ ਆਪਣੇ ਤੇ ਹੀ ਸ਼ੰਕਾ ਹੈ, ਨੂੰ ਹੀ ਇਹ ਵੀ ਸ਼ੰਕਾ ਕਰਨਾ। ਕਿਉਂਕਿ ਉਹਦੀ ਵਜ੍ਹਾ ਹੈ। ਉਹਦੀ ਵਜ੍ਹਾ ਕੀ ਹੈ? ਜਨਮ ਤੋਂ ਇਹਨੂੰ ਐ ਨਹੀਂ ਸੀ ਵੀ ਮੈਂ ਇੱਧਰ ਨੂੰ ਚਲਾ ਜਾਊਂਗਾ, ਹੋ ਜੂ ਹਾਂ ਉਦੋਂ ਤੋਂ ਇਹ ਟਾਰਗੇਟ ਹੋ ਰਿਹਾ ਹੈ। ਟਾਰਗੇਟ ਜਨਮ ਤੋਂ ਨਹੀਂ ਸੀ ਪਤਾ, ਜਨਮ ਤੋਂ ਟਾਰਗੇਟ ਨਹੀਂ ਸੀ। ਟਾਰਗੇਟ ਨਹੀਂ ਸੀ, ਉਹ ਅੜਿਆ ਹੋਇਆ। ਚਲੇ ਗਿਆ ਦੂਰ। ਜਿਹਦਾ ਜਨਮ ਤੋਂ ਟਾਰਗੇਟ ਆ ਉਹ ਨਹੀਂ ਅੜ, ਉਹਦੀ ਹੋਰ ਹੁੰਦੀ ਹੈ। ਜਿਹਨੂੰ ਟਾਰਗੇਟ ਜਿਹਨੂੰ ਹੋ ਜਵੇ ਮੈਨੂੰ ਤਾਂ ਇਹ ਹੀਰੇ ਦਾ ਹੈ ਨਹੀਂ ਸੀ ਵੀ ਹੀਰਾ ਮੈਨੂੰ ਵੀ ਮਿਲ ਜੂਗਾ, ਮੈਨੂੰ ਮਿਲ ਗਿਆ ਵੀ ਮੈਂ ਛੇਤੀ ਕਰਾਂ ਇਹਨੂੰ ਫੜ ਲਾਂ, ਉਹ ਗੱਲ ਹੋ। ਇਹ ਤਾਂ ਹੁਣ ਮੂੰਹੇ ਘੁਮਾਉਣਾ ਪੈਣਾ, ਮੂੰਹ ਪਹਿਲਾਂ ਹੋਰ ਪਾਸੇ ਨੂੰ। ਜਿਹੜੇ ਲੀਡਰਾਂ ਨੇ ਕਰਪਸ਼ਨ ਛੱਡੀ ਹੈ, ਕੁਛ ਆਪਣਾ ਤਿਆਗ ਕਰਿਆ, ਉਹਨਾਂ ਦੀ ਇੱਜ਼ਤ ਅੱਜ ਵੀ, ਉਹਨਾਂ ਦੀ ਇੱਜ਼ਤ ਹੈ, ਉਹਨਾਂ ਦਾ ਨਾਮ, ਉਹਨਾਂ ਦਾ ਸਤਿਕਾਰ ਹੈ। ਬਿਲਕੁਲ ਰਹੂਗਾ ਹੀ। ਪਰ ਗੱਲ ਤਾਂ ਅੰਦਰਲੀ ਮੀਰੀ ਦੀ ਹੋ ਗਈ। ਹਾਂ ਆ ਬੰਦ ਕਰ